ਜਦੋਂ ਵੀ ਪੋਲਿਊਸ਼ਨ ਹੁੰਦਾ ਹੈ, ਪ੍ਰਦੂਸ਼ਣ ਹੁੰਦਾ ਹੈ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਤੇ ਕਿਸਾਨ ਦੂਜੇ ਪਾਸੇ ਕਹਿੰਦੇ ਨੇ ਕਿ ਸਾਡੀ ਮਜਬੂਰੀ ਹੈ, ਸਰਕਾਰਾਂ ਸਾਨੂੰ ਬਣਦਾ ਮੁਆਵਜ਼ਾ ਨਹੀਂ ਦਿੰਦੀਆਂ ਤਾਂ ਜੋ ਅਸੀਂ ਪਰਾਲੀ ਦਾ ਨਿਪਟਾਰਾ ਕਰ ਸਕੀਏ। ਚਲੋ ਮੈਂ ਮੰਨ ਲਿਆ ਵੀ ਕਣਕ ਜਲਦੀ ਬੀਜਣੀ ਹੈ, ਪਰ ਜਦੋਂ ਕਣਕ ਵੱਢੀ ਜਾਂਦੀ ਹੈ ਅਪ੍ਰੈਲ ਤੋਂ ਬਾਅਦ ਤਾਂ ਤੁਹਾਡੇ ਬਹੁਤ ਗਿਣਤੀ ਵਾਹਨ ਜੂਨ ਤੱਕ ਖਾਲੀ ਹੁੰਦੇ ਨੇ, ਉਦੋਂ ਕਿਉਂ ਲਾਈ ਜਾਂਦੀ ਹੈ? ਉਦੋਂ ਵੀ ਨਹੀਂ ਹਟਦੇ। ਸਾਨੂੰ ਆਪ ਹੱਲ ਕਰਨਾ ਪਵੇਗਾ। ਸਭ ਤੋਂ ਜ਼ਿਆਦਾ ਔਖਿਆਈ ਆ ਛੋਟੇ ਤੇ ਸੀਮਾਂਤ ਕਿਸਾਨ ਨੂੰ। ਸਰਕਾਰਾਂ ਉਹਦੇ ਵਾਸਤੇ ਟਰੈਕਟਰ ਤੇ ਇਹ ਮਸ਼ੀਨਾਂ ਸੁਸਾਇਟੀਆਂ 'ਚ ਦੇਣ, ਸੁਸਾਇਟੀਆਂ ਦੇ ਵਿੱਚ ਇਹਦਾ ਵਾਜਬ ਜਿਹਾ ਕਿਰਾਇਆ ਰੱਖ ਦਿਓ, ਕਿਤੇ ਇਹ ਨਾ ਹੋਵੇ ਤੁਸੀਂ ਦਾੜੀ ਨਾਲੋਂ ਮੁੱਛਾਂ ਵਧਾ ਦਿਓ ਜੀ, ਉਦੋਂ ਵੱਧ ਕਿਸਾਨ ਨੂੰ ਨੁਕਸਾਨ ਹੋ ਜਾਵੇ। ਨੀਅਤ ਹੋਵੇ। ਇਹ 15 ਕੁ ਸਾਲ ਤੋਂ 12 ਸਾਲ ਤੋਂ ਪਰਾਲੀ ਸੜਨ ਲੱਗੀ ਹੈ, ਉਦੋਂ ਪਹਿਲਾਂ ਕੌਣ ਸਾੜਦਾ ਸੀ? ਹੱਥ ਨਾਲ ਵੱਢੀ ਜਾਂਦੀ ਸੀ। ਸਾਡੇ ਖੇਤੀਬਾੜੀ ਮੰਤਰੀ ਖੁਦ ਖੇਤੀ ਕਰਦੇ ਨੇ, ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਉਹ ਸਮਝ ਸਕਦੇ ਆ। ਕਿਸਾਨ ਜਥੇਬੰਦੀਆਂ ਦੇ ਕਈ ਤਾਂ ਇਹੋ ਜਿਹੇ ਘੜਮ ਚੌਧਰੀ ਬਣੇ ਹੋਏ ਨੇ। ਤੁਸੀਂ ਅੱਜ ਕਰ ਦਿਓ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹਨਾਂ ਦਾ ਬੱਚਾ ਜਦੋਂ ਵੀ ਕਿਸੇ ਸਰਕਾਰੀ ਨੌਕਰੀ ਵਾਸਤੇ ਅਪਲਾਈ ਕਰੇਗਾ, ਜੇ ਕੁੱਲ ਇੰਟਰਵਿਊ ਦੇ ਨੰਬਰ 15 ਰੱਖੇ ਨੇ ਤਾਂ ਉਹਨਾਂ ਨੂੰ 3 ਨੰਬਰ ਉਹ ਦਿੱਤੇ ਜਾਣਗੇ ਜਿਨ੍ਹਾਂ ਦੇ ਖੇਤ ਦੇ ਵਿੱਚ ਪਰਾਲੀ ਨਹੀਂ ਸਾੜੀ ਗਈ ਸੀ। ਜਦੋਂ ਇੱਕ ਵਾਰੀ ਕੰਮ ਤੁਰ ਪਿਆ, ਇਹ ਪੰਜਾਬੀ ਨੇ ਉਸ ਪਾਸੇ ਤੁਰ ਪੈਣਗੇ। ਜਦੋਂ ਕਰੋਨਾ ਮਹਾਮਾਰੀ ਚੱਲੀ ਸੀ, ਇੱਥੇ ਖੜ ਕੇ ਆਪਾਂ ਨੂੰ ਪੰਚਕੂਲੇ ਤੋਂ ਅਗਲੇ ਪਾਸੇ ਦੇ ਪਹਾੜ, ਜਲੰਧਰ ਤੋਂ ਖੜ ਕੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਪਹਾੜ ਦੇ ਸਨ ਲੱਗ ਗਏ। ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਜਥੇਬੰਦੀ, ਦੂਜੀਆਂ ਜੇ ਸਾਰੀਆਂ ਵੀ ਰਲਾ ਦਈਏ ਇਹਨਾਂ ਦੀ ਇਕੱਲੀ ਉੱਡੀ ਮੁੱਦੇ ਉਠਾਉਣ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਕੋਈ ਮੁਕਾਬਲਾ ਨਹੀਂ। ਉਹ ਜੇ 5-7 ਮਿੰਟ ਦੇ ਵਿੱਚ ਵੀ ਬਹੁਤ ਗੱਲਾਂ ਕਰ ਜਾਂਦੇ ਆ। 2 ਚੋਣਾਂ ਹੋ ਰਹੀਆਂ ਨੇ ਗੁਜਰਾਤ ਤੇ ਹਿਮਾਚਲ 'ਚ। ਰਾਹੁਲ ਗਾਂਧੀ ਸਾਹਿਬ ਨੇ ਉਹਨਾਂ ਆਗੂਆਂ ਦੇ ਉੱਤੇ ਖੜਗੇ ਸਾਹਿਬ ਹੋਰਾਂ ਤੇ ਛੱਡਤੀ। ਆਪ ਉਹ ਭਾਰਤ ਜੋੜੋ ਯਾਤਰਾ ਤੇ ਨਿਕਲੇ ਹੋਏ ਨੇ। ਦੂਜੀਆਂ ਪਾਰਟੀਆਂ ਵਾਲੇ ਰੌਲਾ ਤਾਂ ਬਹੁਤ ਪਾਉਂਦੇ ਨੇ ਕਿ ਇਹ ਪ੍ਰਧਾਨਗੀ ਤੋਂ ਐਂ ਕਰ ਲਿਆ ਜੀ, ਅਜੇ ਵੀ ਪ੍ਰਿੰਕਾ ਰਾਹੁਲ ਤੇ ਸੋਨੀਆ ਹੀ ਸੰਭੂਗੀ, ਪਰ ਦੂਜੇ ਨੂੰ ਬਿਠਾਇਆ ਤਾਂ ਹੈ। ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਇਹ ਵੱਖਰੀ ਗੱਲ ਆ ਕਿ ਨਵਜੋਤ ਸਿੱਧੂ ਤੇ ਇਹਨਾਂ ਨੇ ਧਮੱਚੜ ਪਾ ਕੇ ਆਪਣੀ ਖੇਡ ਆਪ ਵਿਗਾੜ ਲਈ। ਮੰਨਿਆ ਇਹ ਜਾ ਰਿਹਾ ਕਿ ਰਿਸ਼ੀ ਸੁਨਕ ਇੱਕ ਵਧੀਆ ਸ਼ਖਸੀਅਤ ਨੇ, ਜਿਹੜੇ ਆਰਥਿਕਤਾ ਦੇ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ, ਜਿਨ੍ਹਾਂ ਨੇ ਭਾਰਤੀਆਂ ਤੇ ਰਾਜ ਕੀਤਾ ਤੇ ਅੱਜ ਉਹ ਭਾਰਤੀ ਬੰਦਾ ਉਸ ਮੁਲਕ 'ਚ ਜਾ ਕੇ ਉਹਨਾਂ ਤੇ ਰਾਜ ਕਰ ਰਹੇ। ਸਵਾਲ ਜਵਾਬ ਕਰਨਾ ਕਿਸੇ ਵੀ ਜਾਂਚ ਏਜੰਸੀ ਦਾ ਕੰਮ। ਬਿਲਕੁਲ ਸਾਰੇ ਰਾਜਾਂ ਦੀ ਇੱਕ ਵਰਦੀ ਇੱਕ ਰਾਸ਼ਟਰ ਹੋ ਜਾਵੇ, ਯਾਨੀ ਕਿ ਪੁਲਿਸ ਦੀ ਵਰਦੀ ਇੱਕੋ ਜਿਹੀ ਹੋ ਜਾਵੇ। ਭਗਵੰਤ ਮਾਨ ਸਾਹਿਬ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਰਹੇ। ਦੇਖੋ, ਭਗਵੰਤ ਮਾਨ ਸਾਹਿਬ ਨੇ ਤਾਂ ਆਉਣਾ ਸੀ ਕਿਉਂਕਿ ਬਾਗਡੋਰ ਉਹਨਾਂ ਦੇ ਹੱਥ 'ਚ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਇੱਕ ਦੇਸ਼ ਇੱਕ ਟੈਕਸ ਕਰ ਲਿਆ। ਜੇ ਇੱਕ ਦੇਸ਼ ਇੱਕ ਟੈਕਸ ਕਰਨਾ ਹੈ, ਫਿਰ ਪੈਟਰੋਲ, ਗੈਸ ਤੇ ਡੀਜ਼ਲ ਵਸਤਾਂ ਦੇ ਉੱਤੇ ਕਰ ਦਿਓ, ਇਹਨੂੰ ਲੈ ਆਓ ਉਹਦੇ 'ਚ GST ਦੇ ਘੇਰੇ 'ਚ। ਅੱਜ ਜਿਹੜਾ 100% ਤੋਂ ਵੱਧ ਇਹ ਟੈਕਸ ਲੱਗ ਰਹੇ ਨੇ ਤੇ GST ਦਾ ਵੱਧ ਤੋਂ ਵੱਧ 28% ਹੈ। ਜਦੋਂ ਅੰਗਰੇਜ਼ਾਂ ਦੀ ਪੁਲਿਸ ਹੁੰਦੀ ਸੀ, ਕਹਿੰਦੇ ਆ ਕਿ ਉਹਦੇ ਅਧਿਕਾਰੀ ਦੇ ਤਾਂ ਪਾਈ ਹੁੰਦੀ ਸੀ ਉਹ ਪੈਂਟ, ਪਰ ਜਿਹੜੇ ਸਿਪਾਹੀ ਹੁੰਦੇ ਸੀ ਉਹਨਾਂ ਦੇ ਉਹ ਸਕਲਟ ਜੀ ਵਰਗੀਆਂ ਨੀਕਰਾਂ ਪਾਈਆਂ ਹੁੰਦੀਆਂ ਸੀ। ਤੁਸੀਂ ਦੇਖਿਆ ਪੁਰਾਣੀਆਂ ਫਿਲਮਾਂ ਦੇ ਵਿੱਚ ਵੀ, ਅਸੀਂ ਜਦੋਂ ਪੁਰਾਣੀਆਂ ਫਿਲਮਾਂ ਦਾ ਦੌਰ ਦੇਖਦੇ ਹਾਂ ਤਾਂ ਉਸੇ ਤਰ੍ਹਾਂ ਦੇ ਉਹ ਫਿਲਮਾਏ ਜਾਂਦੇ ਨੇ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਪੂਰੇ ਹਫ਼ਤੇ ਦੀਆਂ ਖਬਰਾਂ ਦੇ ਉੱਤੇ ਪੜਚੋਲ ਕਰਨ ਵਾਸਤੇ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ ਅੱਜ ਵੀ ਪ੍ਰੋਗਰਾਮ ਦਾ ਹਿੱਸਾ ਬਣੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਧਰਮਿੰਦਰ ਸੰਧੂ ਜੀ। ਢਿੱਲੋਂ ਸਾਹਿਬ, ਅਕਸਰ ਅਸੀਂ ਚਰਚਾ ਕਰਦੇ ਹਾਂ ਕਿ ਪਰਾਲੀ ਦਾ ਮੁੱਦਾ ਕਾਫੀ ਗੰਭੀਰ ਸਮੱਸਿਆ ਹੈ ਤੇ ਜਦੋਂ ਵੀ ਪੋਲਿਊਸ਼ਨ ਹੁੰਦਾ ਹੈ, ਪ੍ਰਦੂਸ਼ਣ ਹੁੰਦਾ ਹੈ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਤੇ ਕਿਸਾਨ ਦੂਜੇ ਪਾਸੇ ਕਹਿੰਦੇ ਨੇ ਕਿ ਸਾਡੀ ਮਜਬੂਰੀ ਹੈ, ਸਰਕਾਰਾਂ ਸਾਨੂੰ ਬਣਦਾ ਮੁਆਵਜ਼ਾ ਨਹੀਂ ਦਿੰਦੀਆਂ ਤਾਂ ਜੋ ਅਸੀਂ ਪਰਾਲੀ ਦਾ ਨਿਪਟਾਰਾ ਕਰ ਸਕੀਏ। ਤੇ ਹੁਣ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਵੱਡਾ ਬਿਆਨ ਦਿੱਤਾ ਹੈ, ਵੱਡਾ ਐਲਾਨ ਕੀਤਾ ਹੈ। ਕਹਿੰਦੇ ਜੀ ਜਿਹੜੇ ਕਿਸਾਨ, ਜਿਸ ਪੰਚਾਇਤ, ਜਿਸ ਪਿੰਡ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ, ਉਸ ਪੰਚਾਇਤ ਨੂੰ ਖਾਸ ਤੌਰ ਦੇ ਉੱਤੇ ਗ੍ਰਾਂਟ ਦਿੱਤੀ ਜਾਵੇਗੀ। ਤੇ ਬੀਤੇ ਦਿਨ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ। ਕੁਲਤਾਰ ਸਿੰਘ ਸੰਧਵਾ ਸਾਡੇ ਸਪੀਕਰ ਪੰਜਾਬ ਵਿਧਾਨ ਸਭਾ ਨੇ, ਉਹ ਇੱਕ ਸਮਾਗਮ ਕਰਾਇਆ ਗਿਆ ਸੀ
ਜਿਹੜਾ ਕਿ ਭਾਈ ਕਨਈਆ ਜੀ ਕੈਂਸਰ ਰੋਕੂ ਸੇਵਾ ਸੁਸਾਇਟੀ ਜੀ, ਖੇਤੀ ਵਿਰਾਸਤ ਮਿਸ਼ਨ ਅਤੇ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ। ਜੀ, ਇਸ ਦੇ ਵਿੱਚ ਜਿੱਥੇ ਕੁਲਤਾਰ ਸਿੰਘ ਸੱਧਵਾਂ ਸਾਹਿਬ ਆਏ ਸਨ, ਉੱਥੇ ਪਿੰਗਲਵਾੜੇ ਵਾਲੇ ਡਾਕਟਰ ਇੰਦਰਜੀਤ ਕੌਰ ਜਿਹੜੇ ਭਗਤ ਪੂਰਨ ਸਿੰਘ ਦੇ ਪੁੱਤਰੀ ਨੇ, ਜੀ, ਉਹ ਵੀ ਆਏ ਹੋਏ ਸਨ। ਉਹਨਾਂ ਨੇ ਕਿਹਾ ਕਿ ਪਰਾਲੀ ਦੀ ਬਹੁਤ ਵੱਡੀ ਸਮੱਸਿਆ, ਜਿਹੜੇ ਇਹ ਕਹਿੰਦੇ ਨੇ ਕਿ ਜਥੇਬੰਦੀਆਂ ਵਾਲੇ ਵੀ ਮਜਬੂਰੀ ਬਸ। ਤੁਸੀਂ ਕੋਈ ਸਵਾਲ ਕੀਤਾ ਕਿ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਇਹਨੂੰ ਅੱਗ ਨਹੀਂ ਲਾਈ, ਅਸਲ ਦੇ ਵਿੱਚ ਇਹ ਸਾਰੇ ਇੱਕ ਦੂਜੇ ਨਾਲ ਆਪਣੇ ਆਪ ਤੋਂ ਪੱਲਾ ਝਾੜਦੇ ਆ। ਜੀ, ਜਿਨ੍ਹਾਂ ਨੇ ਅੱਗ ਨਹੀਂ ਲਾਈ 15-15 ਸਾਲ ਤੋਂ ਨਹੀਂ ਲਾ ਰਹੇ, ਉਹ ਇਹ ਬਾਰ-ਬਾਰ, ਚਲੋ ਮੈਂ ਮੰਨ ਲਿਆ ਵੀ ਕਣਕ ਜਲਦੀ ਬੀਜਣੀ ਹੈ, ਪਰ ਜਦੋਂ ਕਣਕ ਵੱਢੀ ਜਾਂਦੀ ਹੈ ਅਪ੍ਰੈਲ ਤੋਂ ਬਾਅਦ ਤਾਂ ਤੁਹਾਡੇ ਬਹੁਤ ਗਿਣਤੀ ਵਾਹਨ ਜੂਨ ਤੱਕ ਖਾਲੀ ਹੁੰਦੇ ਨੇ, ਉਦੋਂ ਕਿਉਂ ਲਾਈ ਜਾਂਦੀ ਹੈ? ਉਦੋਂ ਵੀ ਨਹੀਂ ਹਟਦੇ। ਇਹ ਸਰਾਸਰ ਗਲਤ ਹੈ। ਸਰਕਾਰਾਂ ਵੱਲ ਨਾ ਦੇਖੋ, ਇਹ ਸਾਨੂੰ ਆਪ ਹੱਲ ਕਰਨਾ ਪਵੇਗਾ। ਸਭ ਤੋਂ ਜ਼ਿਆਦਾ ਔਖਿਆਈ ਆ ਛੋਟੇ ਤੇ ਸੀਮਾਂਤ ਕਿਸਾਨ ਨੂੰ। ਸਰਕਾਰਾਂ ਉਹਦੇ ਵਾਸਤੇ ਟਰੈਕਟਰ ਤੇ ਇਹ ਮਸ਼ੀਨਾਂ ਸੁਸਾਇਟੀਆਂ 'ਚ ਦੇਣ, ਸੁਸਾਇਟੀਆਂ ਦੇ ਵਿੱਚ ਇਹਦਾ ਵਾਜਬ ਜਿਹਾ ਕਿਰਾਇਆ ਰੱਖ ਦਿਓ, ਕਿਤੇ ਇਹ ਨਾ ਹੋਵੇ ਤੁਸੀਂ ਦਾੜੀ ਨਾਲੋਂ ਮੁੱਛਾਂ ਵਧਾ ਦਿਓ, ਜੀ, ਉਦੋਂ ਵੱਧ ਕਿਸਾਨ ਨੂੰ ਨੁਕਸਾਨ ਹੋ ਜਾਵੇ। ਉਹ ਜਿਹੜਾ ਛੋਟਾ ਤੇ ਸੀਮਾਂਤ ਕਿਸਾਨ ਹੈ, ਇੱਕ ਤਾਂ ਉਹਦੇ ਲਈ ਕੰਮ ਕਰੋ। ਇੱਕ ਜਿਹੜਾ ਪਰਾਲੀ ਆਧਾਰਿਤ ਰੌਲਾ ਬੜਾ ਪਾ ਰਹੇ ਆ ਬਹੁਤ ਲੰਬੇ ਸਮੇਂ ਤੋਂ ਕਿ ਇਹਨਾਂ ਨੂੰ ਅਸੀਂ ਤਾਪ ਬਿਜਲੀ ਘਰਾਂ ਦੇ ਵਿੱਚ ਵਰਤੋਂ ਕਰਾਂਗੇ। ਇੱਕ ਵਾਰ ਪਿਛਲੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬਠਿੰਡੇ ਦੇ ਤਾਪ ਬਿਜਲੀ ਘਰ ਨੂੰ ਕਹਿਤਾ ਸੀ ਕਿ ਅਸੀਂ ਉੱਥੇ 100 ਮੈਗਾਵਾਟ ਪਰਾਲੀ ਆਧਾਰਿਤ ਕਰ ਲਵਾਂਗੇ। ਜੇ ਤੁਸੀਂ ਪਰਾਲੀ ਆਧਾਰਿਤ ਕਰ ਦਿੱਤਾ ਹੁੰਦਾ, ਜਿਹੜਾ 750 ਕਰੋੜ ਰੁਪਇਆ 2016 ਤੱਕ ਬਾਦਲ ਸਰਕਾਰ ਉਹਦੇ ਤੇ 750 ਕਰੋੜ ਖਰਚ ਗਈ, ਉਹ ਸਾਰੇ ਨੂੰ ਨਾ ਨਿਭਾਇਆ ਜਾਂਦਾ, ਕੱਲਾ ਜਿੰਨਾ ਪਰਾਲੀ ਤੇ ਚੱਲ ਸਕਦਾ ਸੀ ਉਹਦੇ ਤੇ ਖਰਚ ਲੈਂਦੇ। ਉਹਦੇ ਬੋਇਲਰ ਹੀ ਚੇਂਜ ਕਰਨੇ ਨੇ, ਉਹ ਬਦਲਾਅ ਕਰ ਲਿਆ ਜਾਂਦਾ, ਪਰ ਇਹਨਾਂ ਨੇ ਕੀਤਾ ਨਹੀਂ। ਜੇ ਤਾਪ ਬਿਜਲੀ ਘਰ ਬਠਿੰਡਾ ਉਹਦੇ ਤੇ ਕਰ ਲਿਆ ਜਾਂਦਾ ਤਾਂ ਕੋਲੇ ਦੀ ਥਾਂ ਤੇ ਖਰੀਦ ਪਰਾਲੀ ਦੀ ਹੋ ਜਾਂਦੀ। ਪਰਾਲੀ ਦੇ ਗੋਲਚੇ ਬਣ ਕੇ ਉਹਨੂੰ ਪ੍ਰੈਸ ਕਰਕੇ ਗੋਲਚੇ ਬਣਾ ਕੇ ਜੇ ਵਰਤੇ ਜਾਂਦੇ ਤਾਂ ਕਈ ਜ਼ਿਲ੍ਹਿਆਂ ਦੀ ਪਰਾਲੀ ਤਾਂ ਇਕੱਲੇ ਉਸ ਤਾਪ ਬਿਜਲੀ ਘਰ 'ਚ ਖਪਤ ਹੋ ਸਕਦੀ ਸੀ। ਨਾਲੇ ਦੂਰੋਂ ਸਾਨੂੰ ਕੋਲਾ ਖਰੀਦਣ ਦੀ ਜ਼ਰੂਰਤ ਨਾ ਪੈਂਦੀ। ਕਈ ਜ਼ਿਲ੍ਹਿਆਂ ਦੇ ਵਿੱਚ ਬਠਿੰਡੇ ਦੀ ਪਹਿਲਾਂ ਵਰਤ ਲੈਂਦੇ, ਦੂਜੇ ਜ਼ਿਲ੍ਹਿਆਂ ਦੇ ਵਿੱਚ ਭੰਡਾਰ ਵਾਸਤੇ ਜ਼ਮੀਨਾਂ ਠੇਕੇ ਤੇ ਲੈ ਕੇ ਪਰਾਲੀ ਉੱਥੇ ਸਾਂਭੀ ਜਾਂਦੀ ਤੇ ਉਹੀ ਪਰਾਲੀ ਬਾਅਦ ਦੇ ਵਿੱਚ ਵਰਤੀ ਜਾਂਦੀ। ਪਰ ਇੱਥੇ ਜਾਵੇ ਕੌਣ? ਕੋਲਿਆਂ ਦੇ ਵਿੱਚੋਂ ਕਹਿੰਦੇ ਕੋਲੇ ਦੀ ਦਲਾਲੀ ਵਿੱਚ ਮੂੰਹ ਕਾਲਾ ਜੀ, ਉਹ ਸਾਰਾ ਕੁਝ ਮਿਲਦਾ ਹੈ। ਨੀਅਤ ਹੋਵੇ, ਇਹ 15 ਕੁ ਸਾਲ ਤੋਂ 12 ਸਾਲ ਤੋਂ ਪਰਾਲੀ ਸੜਨ ਲੱਗੀ ਹੈ, ਉਦੋਂ ਪਹਿਲਾਂ ਕੌਣ ਸਾੜਦਾ ਸੀ? ਹੱਥ ਨਾਲ ਵੱਢੀ ਜਾਂਦੀ ਸੀ। ਜੇ SMS ਪ੍ਰਣਾਲੀ ਰਾਹੀਂ ਇਹ ਸਾਰਾ ਕੁਝ ਕੁਤਰਾ ਹੁੰਦਾ ਹੈ, ਜਿਹੜਾ 500 ਰੁਪਈਆ ਕੰਬਾਈਨ ਵਾਲਾ ਵੱਧ ਲੈਂਦਾ ਹੈ, ਇਹ ਉਹ ਵੀ ਦੇਣ ਨੂੰ ਤਿਆਰ ਨਹੀਂ। ਕੱਲ ਨੂੰ ਜੇ ਸਰਕਾਰ ਨੇ ਤੁਹਾਡੇ ਤੇ ਸਖਤ ਕਰਤਾ, NGT ਨੇ ਇਹ ਕਰ ਲਿਆ, ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਸਾਬਕਾ ਮੁੱਖ ਜੱਜ NV ਰਮੰਨਾ ਸਾਹਿਬ, ਉਹਨਾਂ ਨੇ ਕਿਹਾ ਸੀ ਕਿ ਠੰਡੇ ਕਮਰਿਆਂ 'ਚ ਹੱਲ ਨਹੀਂ ਨਿਕਲਣਾ, ਜ਼ਮੀਨੀ ਪੱਧਰ ਤੇ ਜਾ ਕੇ ਗੱਲ ਕਰੋ। ਸਾਡੇ ਖੇਤੀਬਾੜੀ ਮੰਤਰੀ ਖੁਦ ਖੇਤੀ ਕਰਦੇ ਨੇ, ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਉਹ ਸਮਝ ਸਕਦੇ ਆ। ਕਿਸਾਨ ਜਥੇਬੰਦੀਆਂ ਦੇ ਕਈ ਤਾਂ ਇਹੋ ਜਿਹੇ ਘੜਮ ਚੌਧਰੀ ਬਣੇ ਹੋਏ ਨੇ ਜਿਨ੍ਹਾਂ ਦੇ ਕੋਲ ਉਰਾ ਜ਼ਮੀਨ ਨਹੀਂ, ਉਹ ਚੌਧਰ ਵਾਸਤੇ ਬਣੇ ਹੋਏ ਨੇ। ਕੁਝ ਜਥੇਬੰਦੀਆਂ ਹੈ, ਉਹਨਾਂ ਦੇ ਆਗੂ ਸਾਹਿਬਾਨ ਵੀ ਹੈ, ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਸਤਿਕਾਰ ਕਰਦੇ ਆ, ਜਿਹੜੀ ਗੱਲ ਸਮਝਦੇ ਵੀ ਆ ਤੇ ਕਿਸਾਨਾਂ ਦੀ ਗੱਲ ਵੀ ਕਰਦੇ ਆ। ਦੂਜੇ ਜਿਹੜੇ ਇਹਨਾਂ ਦੀਆਂ ਜਥੇਬੰਦੀਆਂ ਹੀ ਰਾਜਸੀ ਆਗੂਆਂ ਵਾਂਗੂ 40-45 ਬਣੀਆਂ ਫਿਰਦੀਆਂ ਨੇ। ਜਦੋਂ ਸਾਰਿਆਂ ਦਾ ਟੀਚਾ ਇੱਕ ਹੈ ਤੇ ਫਿਰ ਇਹ 40-45 ਤਾਂ ਚੌਧਰ ਵਾਸਤੇ ਹੀ ਆ ਨਾ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਕੱਲਾ ਇਹ ਨਾ ਕਰੋ, ਸਰਕਾਰ ਨਾਲ ਬਹਿ ਕੇ ਇਹ ਗੱਲ ਕਰੋ ਕਿ ਆਪਾਂ ਇਹਨੂੰ ਹੱਲ ਕਿਵੇਂ ਕਰਨਾ ਹੈ, ਕਿਹੜੇ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ। ਸਰਕਾਰ ਕਹਿੰਦੀ ਸੀ ਵੀ 500 ਰੁਪਈਆ ਮੈਂ ਦਿਉਂ, 500 ਰੁਪਈਆ ਕੇਜਰੀਵਾਲ ਸਾਹਿਬ ਦੇਣਗੇ ਤੇ 1500 ਰੁਪਈਆ ਕੇਂਦਰ ਨਾ ਪਾਵੇ, ਤੁਸੀਂ ਦੇ ਦਿਓ 1000 ਰੁਪਈਆ ਆਪਣਾ। ਜੇ 1000 ਰੁਪਈਆ ਕਿੱਲਾ ਤੁਸੀਂ ਦੇ ਦਿਓ, ਜਿਹੜਾ 500 ਰੁਪਈਆ SMS ਪ੍ਰਣਾਲੀ ਵਾਲੀ ਕੰਬਾਈਨ ਲੈਂਦੀ ਹੈ, ਉਹਨੂੰ ਦਿੱਤਾ ਜਾਊ ਬਾਹਰ ਦੀ ਬਾਹਰ, ਕਿਸਾਨ ਤੇ ਬੋਝ ਨਹੀਂ ਪਊ। ਉਲਟਾ 500 ਰੁਪਈਆ ਕਿਸਾਨ ਨੂੰ
ਆਪਦੇ ਕੋਲੇ ਬਚ ਜਾਵੇਗਾ। ਕੱਲ ਨੂੰ ਜੇ ਕਿਸਾਨ ਨਿਧੀ ਯੋਜਨਾ ਦਾ ਪ੍ਰਧਾਨ ਮੰਤਰੀ ਨੇ ਬੰਦ ਕਰਤਾ, 6000 ਤਾਂ ਆਉਂਦਾ ਨਾ ਤੁਹਾਡੇ ਖਾਤੇ 'ਚ ਇੱਕ ਕਿਸਾਨ ਦੇ। ਇਸੇ ਤਰ੍ਹਾਂ ਜੇ ਕੱਲ ਨੂੰ ਗ੍ਰੀਨ ਟ੍ਰਿਬਿਊਨਲ ਨੇ ਇਹ ਆਦੇਸ਼ ਕਰਤੇ ਜਾਂ ਸੁਪਰੀਮ ਕੋਰਟ ਨੇ ਕਰਤੇ ਕਿ ਜਿਹੜੇ ਲੋਕ ਪਰਾਲੀ ਸਾੜਦੇ ਆ ਉਹਨਾਂ ਨੂੰ ਕੋਈ ਸਰਕਾਰੀ ਸਹੂਲਤ ਨਹੀਂ ਮਿਲੇਗੀ, ਇਹ ਲੋਕ ਤੁਹਾਤੋਂ ਡਰਦੇ ਆ, ਤੁਹਾਡੇ ਏਕੇ ਤੋਂ ਡਰਦੇ ਆ, ਤੁਹਾਡੇ ਇਕੱਠ ਤੋਂ ਡਰਦੇ ਆ। ਸਾਨੂੰ ਇਸ ਚੀਜ਼ ਨਹੀਂ, ਮੈਂ ਜੋਗਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਦੀ ਜਥੇਬੰਦੀ ਸਭ ਤੋਂ ਵੱਡੀ ਹੈ, ਉਹ ਲੌਜਿਕ ਨਾਲ ਵੀ ਗੱਲ ਕਰਦੇ ਆ ਤੇ ਸਮਝਦੇ ਵੀ ਹੈ। ਇਹ ਕਹਿਣਾ ਕਿ ਮਜਬੂਰੀ ਮਜਬੂਰੀ ਮਜਬੂਰੀ, ਇਹ ਨਹੀਂ। ਉਹਨਾਂ ਬੰਦਿਆਂ ਦਾ ਸਰਵੇ ਕਰਾਓ ਇਸ ਸਾਲ ਦੇ ਵਿੱਚ ਜਿਨ੍ਹਾਂ ਨੇ ਨਹੀਂ ਸਾੜੀ। ਉੱਥੇ ਸਦਮਾ ਸਾਹਿਬ ਨੇ ਕਹਿਤਾ ਕਿ 1 ਲੱਖ ਰੁਪਈਆ ਉਹ ਪੰਚਾਇਤ ਨੂੰ ਦੇਵਾਂਗੇ ਜਿਹੜੇ ਪੰਚਾਇਤ ਬਿਲਕੁਲ ਕੋਈ ਵੀ ਕਿਸੇ ਕਿਸਮ ਦੀ ਪਰਾਲੀ ਨਹੀਂ ਸਾੜਨਗੇ। ਬੱਲੋ ਪਿੰਡ ਹੈ, ਉਹਨਾਂ ਨੇ ਕਰ ਲਿਆ। ਮੋਗੇ ਕੋਲੇ 1-2 ਪਿੰਡ ਨੇ, ਉਹਨਾਂ ਨੇ ਕਰ ਲਿਆ। ਰੋਪੜ 'ਚ ਪਿੰਡਾਂ ਨੇ ਕਰ ਲਿਆ। ਤੇ ਜੇ ਉਹ ਕਰ ਰਹੇ ਨੇ, ਸਾਨੂੰ ਕਿਉਂ ਨਹੀਂ? ਜਦੋਂ ਅਸੀਂ ਹੁਣ ਇਹ ਕਿਸਾਨਾਂ ਦਾ ਸਨਮਾਨ ਹੋ ਰਿਹਾ ਹੈ, ਇਹਦੇ ਨਾਲ ਫਰਕ ਪਵੇਗਾ ਜੀ। ਜਦੋਂ ਇਹ ਲੋਕਾਂ ਨੂੰ ਪਤਾ ਲੱਗਿਆ ਕਿ ਇਹਦੇ ਨਾਲ ਫਰਕ ਹੈ, ਤੁਸੀਂ ਅੱਜ ਕਰ ਦਿਓ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਉਹਨਾਂ ਦਾ ਬੱਚਾ ਜਦੋਂ ਵੀ ਕਿਸੇ ਸਰਕਾਰੀ ਨੌਕਰੀ ਵਾਸਤੇ ਅਪਲਾਈ ਕਰੇਗਾ, ਜੇ ਕੁੱਲ ਇੰਟਰਵਿਊ ਦੇ ਨੰਬਰ 15 ਰੱਖੇ ਨੇ ਤਾਂ ਉਹਨਾਂ ਨੂੰ 3 ਨੰਬਰ ਉਹ ਦਿੱਤੇ ਜਾਣਗੇ ਜਿਨ੍ਹਾਂ ਦੇ ਖੇਤ ਦੇ ਵਿੱਚ ਪਰਾਲੀ ਨਹੀਂ ਸਾੜੀ ਗਈ ਸੀ। ਜਦੋਂ ਇੱਕ ਵਾਰੀ ਕੰਮ ਤੁਰ ਪਿਆ, ਇਹ ਪੰਜਾਬੀ ਨੇ ਉਸ ਪਾਸੇ ਤੁਰ ਪੈਣਗੇ। ਹਰਿਆਣੇ 'ਚ ਸਾਡੇ ਨਾਲੋਂ ਘੱਟ ਹੈ। ਹੁਣ ਤੁਸੀਂ ਦੇਖੋ ਹਰਿਆਣੇ ਨੇ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ ਨੇ, ਆਪਾਂ ਸਵੇਰੇ ਵੀ ਗੱਲ ਕੀਤੀ ਸੀ, ਇਹਦਾ ਮੁੱਖ ਕਾਰਨ ਹੈ ਕਿ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਬਣੀ ਹੈ, 137 ਬਣ ਗਈਆਂ, ਉਹਨਾਂ ਨੂੰ 11 ਲੱਖ ਦੇ ਰਹੇ। ਜੇ ਇਕੱਲਾ ਸਰਪੰਚ ਸਰਬਸੰਮਤੀ ਨਾਲ ਬਣ ਗਿਆ 3 ਲੱਖ ਦੇ ਰਹੇ ਜੀ, ਤਾਂ ਪੰਚ ਉੱਥੇ ਕਿੰਨੇ ਬਣ ਗਏ ਨੇ? ਹਜ਼ਾਰਾਂ 'ਚ ਬਣ ਗਏ ਨੇ। ਸੋ ਆਪਾਂ ਇਸ ਦੇ ਉੱਤੇ ਇਹ ਗੱਲ ਕਰੀਏ, ਜੇ ਇਸ ਤਰ੍ਹਾਂ ਦਾ ਕੋਈ ਉਤਸ਼ਾਹਤ ਕਦਮ ਉਠਾਊਗੀ ਸਰਕਾਰ ਤੇ ਅਗਰ ਇਹਦੀ ਗਿਣਤੀ ਘਟਦੀ ਜਾਣੀ ਹੈ। 2 ਦਿਨਾਂ ਦਾ ਰਿਕਾਰਡ ਕੱਢਿਆ ਗਿਆ, ਪੰਜਾਬ ਦੇ ਵਿੱਚ ਇਹ ਹਜ਼ਾਰਾਂ 'ਚ ਹੈ, ਹਰਿਆਣੇ 'ਚ ਸੈਂਕੜਿਆਂ 'ਚ ਹੈ ਜੀ। ਸੋ ਜੇ ਉਹਨਾਂ ਨੇ ਸ਼ੁਰੂ ਕੀਤਾ, ਇਸ ਵਾਰ ਜੇ ਸਰਕਾਰ ਚਾਹੇ ਉਹਨਾਂ ਦਾ ਅੰਕੜਾ ਨਸ਼ਰ ਕਰੇ ਜਿਨ੍ਹਾਂ ਨੇ ਪਰਾਲੀ ਨਹੀਂ ਸਾੜੀ, ਉਹਨਾਂ ਦੇ ਤਜਰਬੇ ਉਹਨਾਂ ਨਾਲ ਨਸ਼ਰ ਕੀਤੇ ਜਾਣ ਤੇ ਜਿਹੜੀਆਂ ਮਸ਼ੀਨਾਂ ਨੇ ਇਹ ਜ਼ਮੀਨੀ ਹਕੀਕਤ ਦੇ ਕੇ ਦਿੱਤੀਆਂ ਜਾਣ ਔਰ ਕਿਰਾਏ ਦੇ ਉੱਤੇ ਜਿਹੜੀਆਂ ਸਾਡੀਆਂ ਲਗਭਗ 4000 ਸੁਸਾਇਟੀਆਂ ਨੇ ਪੰਜਾਬ 'ਚ, ਉਹਨਾਂ ਸੁਸਾਇਟੀਆਂ 'ਚ ਦੇ ਦਿਓ ਤੇ ਜੇ ਗਾਹਾਂ ਨੂੰ ਅੱਗ ਲੱਗੀ ਤਾਂ ਕਹਿ ਦਿਓ। ਉਹ ਕੋਈ ਜੀ ਥੋੜ੍ਹੀ ਕਰਦਾ ਕਿ ਸਾੜਿਆ ਜਾਵੇ। ਹਰ ਗੱਲ ਕਿਸਾਨਾਂ ਤੇ ਵੀ ਨਹੀਂ ਪਾਉਣੀ ਚਾਹੀਦੀ। ਜਿਹੜੀਆਂ ਸਨਅਤਾਂ ਆ ਬੇਲਾ ਵਹਾ ਚੁੱਕੇ ਵਾਹਨ ਲਗਾਤਾਰ, ਇਹ ਤਾਂ ਚਲੋ 15 ਦਿਨ ਸਾੜ ਲੈਣਗੇ, ਉਦੋਂ ਬਾਅਦ ਜਿਹੜੀ 350 ਦਿਨ ਸੜਦੀ ਹੈ, ਰੋਜ਼ ਧੂਆਂ ਆਉਂਦਾ ਹੈ। ਜਦੋਂ ਕਰੋਨਾ ਮਹਾਮਾਰੀ ਚੱਲੀ ਸੀ, ਇੱਥੇ ਖੜ ਕੇ ਆਪਾਂ ਨੂੰ ਪੰਚਕੂਲੇ ਤੋਂ ਅਗਲੇ ਪਾਸੇ ਦੇ ਪਹਾੜ, ਜਲੰਧਰ ਤੋਂ ਖੜ ਕੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਪਹਾੜ ਦੇ ਸਨ ਲੱਗੇ ਸੀ। ਜੀ ਬਿਲਕੁਲ ਢਿੱਲੋਂ ਸਾਹਿਬ, ਅਗਲੀ ਖਬਰ ਤੋਂ ਲਵਾਦੇ ਹਾਂ ਜੀ। ਅਗਲੀ ਖਬਰ ਵੀ ਕਿਸਾਨੀ ਦੇ ਨਾਲ ਜੁੜੀ ਹੋਈ ਹੈ। ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਰਿਹਾਇਸ਼ ਦੇ ਬਾਹਰ ਪੱਕਾ ਮੋਰਚਾ ਲਗਾਇਆ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ। 20 ਦਿਨ ਤੱਕ ਲਗਾਤਾਰ ਇਹ ਮੋਰਚਾ ਚੱਲਿਆ। ਉਸ ਤੋਂ ਬਾਅਦ ਦੇ ਵਿੱਚ ਸਰਕਾਰ ਦੇ ਨਾਲ ਗੱਲਬਾਤ ਹੋਈ। ਮੀਟਿੰਗਾਂ ਦਾ ਸਿਲਸਿਲਾ ਪਹਿਲਾਂ ਹੀ ਜਾਰੀ ਸੀ, ਪਰ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਕਿਹਾ ਕਿ ਅਸੀਂ ਮੰਗਾਂ ਮੰਨ ਲਈਆਂ ਨੇ, ਲਿਖਤੀ ਭਰੋਸਾ ਦੇ ਦਿੱਤਾ ਹੈ ਤੇ ਉਹ ਧਰਨਾ ਇੱਕ ਜੇਤੂ ਰੈਲੀ ਕਰਦੇ ਹੋਏ ਉਗਰਾਹਾਂ ਜਥੇਬੰਦੀ ਵੱਲੋਂ ਸਮਾਪਤ ਕਰ ਦਿੱਤਾ ਗਿਆ ਹੈ। ਇਹ ਧਰਨਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਧਰਨਾ ਸੀ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਜਥੇਬੰਦੀ, ਦੂਜੀਆਂ ਜੇ ਸਾਰੀਆਂ ਵੀ ਰਲਾ ਦਈਏ, ਇਹਨਾਂ ਦੀ ਇਕੱਲੀ ਉੱਡੀ ਹੈ ਔਰ ਡਿਸਪਲਿਨ 'ਚ ਹੈ। ਇਹ ਉਗਰਾਹਾਂ ਸਾਹਿਬ ਇੱਕ ਹੋਕਾ ਮਾਰਦਾ, ਉਹਨਾਂ ਨੇ ਕਹਿਤਾ ਕਿ ਹੁਣ ਅਸੀਂ ਦਿੱਲੀ 'ਚ ਜਾਵਾਂਗੇ। ਟਕੈਤ ਸਾਹਿਬ ਨੇ ਵੀ ਕਹਿਤਾ ਦਿੱਲੀ ਜਾਵਾਂਗੇ। ਇਹਨਾਂ ਦਾ ਜੇਤੂ ਦੇ ਵਿੱਚ ਕੁਝ ਮੰਗਾਂ ਬਾਰੇ ਸਹਿਮਤੀ ਬਣ ਗਈ ਹੈ। ਕੁਝ ਦੇ ਵਾਸਤੇ 3 ਮਹੀਨੇ ਦਾ ਸਮਾਂ ਰੱਖਿਆ, ਕੁਝ ਵਾਸਤੇ ਮਹੀਨੇ ਦਾ ਰੱਖਿਆ। ਪਰਾਲੀ ਵਾਲੇ ਮਾਮਲੇ ਦੇ ਵਿੱਚ ਵੀ ਸਰਕਾਰ ਨਾਲ ਨੈਗੋਸ਼ੀਏਬਲ ਹੋਈ ਹੈ। ਉਹ ਕਹਿੰਦੇ ਸਾਨੂੰ 200 ਰੁਪਈਆ ਕੁਇੰਟਲ ਤੇ ਬੋਨਸ ਦੇ ਦਿਓ। ਜੇ 200 ਨਾ ਦੇਣਗੇ, 100 ਵੀ ਦੇ ਦੇਣ, 2000 ਰੁਪਈਆ ਆ ਜਾਏਗਾ। ਮੇਰਾ ਨਹੀਂ ਖਿਆਲ ਕਿ ਜਿਹੜੀ SMS ਪ੍ਰਣਾਲੀ ਨਾਲ ਵੀ ਕਾਫੀ ਠੱਲ ਪੈ ਸਕਦੀ ਹੈ। ਇੱਕ ਹੋਰ ਉੱਥੇ ਗੱਲ ਬਹੁਤ ਵੱਡੀ ਹੋਈ ਧਰਮਿੰਦਰ, ਜਿਹੜੀ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਨਹੀਂ, ਇਹ ਕਲੋਨੀ ਦਾ ਨਾਮ ਹੈ ਡ੍ਰੀਮਲੈਂਡ ਕਲੋਨੀ ਜੀ। ਡ੍ਰੀਮਲੈਂਡ ਕਲੋਨੀ ਦੇ ਵਾਸੀਆਂ ਨੇ ਪਹਿਲਾਂ ਇਹਨਾਂ ਨੇ ਰੌਲਾ ਪਾਇਆ ਕਿ ਉਹਨਾਂ ਦੇ ਲੋਕਾਂ ਨੂੰ ਬਹੁਤ ਦੁੱਖ ਹੈ। ਉਹਨਾਂ ਨੇ ਆ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ, ਕਿਸਾਨਾਂ ਨਾਲ ਬੈਠੇ ਵੀ ਸਾਨੂੰ ਕੋਈ ਦੁੱਖ ਨਹੀਂ, ਆਹ ਰਾਹ ਛੱਡ ਦਿਓ, ਸਾਡਾ ਆਉਣ ਜਾਣ ਸੌਖਾ ਰਹੇ, ਬੱਚਿਆਂ ਨੂੰ ਛੱਡ ਕੇ ਆਉਣਾ ਪੈਂਦਾ। ਉਹ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਮੰਨ ਲਈ, ਇਹਨਾਂ ਨੇ ਉਹ ਰਾਹ ਦੇ ਦਿੱਤਾ। ਕੱਲ ਜਦੋਂ ਇਹ ਸਾਰਾ ਕੁਝ ਨਿਬੜ ਗਿਆ, ਅਸੀਂ ਜਾਣਦੇ ਹਾਂ ਕਿ ਸਰਦਾਰ ਮਨਦੀਪ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ
ਸੰਗਰੂਰ ਬਹੁਤ ਜਲਦ ਉਹ ਡੀਆਈਜੀ ਦੇ ਅਹੁਦੇ ਤੇ ਪਦੋन्नत ਹੋਣ ਵਾਲੇ ਨੇ। ਮੇਰਾ ਖਿਆਲ ਹੈ 1-2 ਮਹੀਨੇ ਹੀ ਉਹਨਾਂ ਨੇ ਉੱਥੇ ਸੇਵਾ ਕਰਨੀ ਹੈ, ਉਸ ਤੋਂ ਬਾਅਦ ਉਹਨਾਂ ਨੇ ਡੀਆਈਜੀ ਬਣ ਜਾਣਾ ਹੈ। ਉਹਨਾਂ ਨੇ ਕੱਲ ਸਾਰੀ ਪੁਲਿਸ ਉੱਥੇ ਇਕੱਠੀ ਕੀਤੀ, 400 ਪੁਲਿਸ ਕਰਮਚਾਰੀ ਤਾਇਨਾਤ ਸੀ 3 ਸ਼ਿਫਟਾਂ ਦੇ ਵਿੱਚ, ਔਰ ਉਹਨਾਂ ਨੂੰ ਕਲੋਨੀ ਵਾਸੀਆਂ ਨੇ ਚਾਹ ਪਾਣੀ ਪਿਲਾਇਆ ਕਿ ਇੱਕ ਵੀ ਸਿਪਾਹੀ, ਕਿਸੇ ਕਰਮਚਾਰੀ ਨੇ, ਅਧਿਕਾਰੀ ਨੇ ਕੋਈ ਬਦ ਇਖਲਾਕੀ, ਕੋਈ ਬਦਤਮੀਜੀ ਕਿਸੇ ਵੀ ਕਲੋਨੀ ਵਾਸੀ ਨਾਲ ਨਹੀਂ ਕੀਤੀ। ਬੜਾ ਮਿੱਤਰਤਾ ਵਾਲਾ ਮਾਹੌਲ ਸੀ। ਜੇ ਕੋਈ ਲੰਘਣਾ ਵੀ ਕਰਦਾ ਸੀ ਉਹਨੂੰ ਸਮਝਾਇਆ ਜਾਂਦਾ ਸੀ, ਭਾਈ ਤੁਸੀਂ ਇਸ ਤਰ੍ਹਾਂ ਨਾ ਕਰੋ, ਇਸ ਤਰ੍ਹਾਂ ਕਰੋ। ਜੇ ਮਨਦੀਪ ਸਿੰਘ ਸਿੱਧੂ ਇਹ ਰੀਤ ਆਪਣੀ ਪੁਲਿਸ ਦੇ ਵਿੱਚ ਪਾ ਰਹੇ ਨੇ, ਇੱਕ ਵਾਰੀ ਹਰਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਹੁੰਦੇ ਸੀ, ਉਹਨਾਂ ਨੇ ਸ਼ੁਰੂ ਕੀਤਾ ਕਿ ਹਰ ਬੰਦੇ ਨੂੰ ਸ਼੍ਰੀਮਾਨ ਜੀ ਕਿਹਾ ਕਰੋ। ਤੇ ਮੈਂ ਸਵਾਲ ਕਰ ਲਿਆ ਪੱਤਰਕਾਰੀ ਉਸ ਦੇ ਵਿੱਚ, ਮੈਂ ਕਿਹਾ ਜੀ ਹੁਣ ਚੋਰ ਨੂੰ ਵੀ ਕਿਹਾ ਕਰੋਗੇ ਸ਼੍ਰੀਮਾਨ ਜੀ, ਹੋ ਜਰਾ ਮੂੰਹ ਤੇ ਤੁਹਾਡੇ ਪਟੇ ਲਾਈਏ ਜੀ। ਹੱਸ ਪਏ। ਤੇ ਸ਼੍ਰੀਮਾਨ ਜੀ ਪਤਾ ਕਿਵੇਂ ਕਹਿੰਦੇ ਸੀ? ਉਹਨਾਂ ਦੇ ਉਹ ਜਿਹੜੀ ਭਾਸ਼ਾ ਆਪਣੀ ਹੈ, ਬਹੁਤ ਰੂੜ ਭਾਸ਼ਾ 'ਚ, ਰੁੱਖੀ ਭਾਸ਼ਾ ਦੇ ਵਿੱਚ ਜਿਹੜਾ ਕੁਝ ਦਿਲ ਤੋਂ ਹੋਵੇ ਨਾ, ਬਾਹਰਲੇ ਪਾਸੇ ਭਾਵੇਂ ਪੁਲਿਸ ਵਾਲੇ ਸਾਨੂੰ ਸਜ਼ਾ ਦੇ ਦੇਣ, ਪਰ ਕਹਿੰਦੇ ਤਾਂ ਸਰ ਹੈ ਨਾ, ਹਰ ਬੰਦੇ ਨੂੰ ਸਰ ਕਿਹਾ ਜਾਂਦਾ ਹੈ। ਉਹ ਸਰ ਕਹਿੰਦਾ ਸ਼ਲੀਕਾ ਹੋਵੇ, ਇਹ ਨਹੀਂ ਹੈ ਕਿ ਸ਼੍ਰੀਮਾਨ ਜੀ ਤੁਸੀਂ ਇਸ ਤਰੀਕੇ ਨਾਲ ਕਹੋ ਕਿ ਬੰਦਾ ਖੜਾ ਹੀ ਕੰਬਲ ਲੱਗ ਜਾਵੇ। ਇਹ ਚੀਜ਼ ਹੈ। ਇਹ ਵੀ ਮੇਰਾ ਖਿਆਲ ਹੈ ਕਿ ਕਿਸੇ ਕਲੋਨੀ ਵਾਸੀਆਂ ਨੇ ਜੇ ਉਹਨਾਂ ਸਾਰਿਆਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ, ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਹੈ। ਇਹਦੇ ਤੋਂ ਦੂਜੇ ਜ਼ਿਲ੍ਹਿਆਂ ਦੀ ਪੁਲਿਸ, ਜਿਹੜੇ ਨਵੇਂ ਕਈ ਸਾਰੇ ਨਹੀਂ, ਸਾਰੇ ਬੰਦੇ ਬਹੁਤ ਵਧੀਆ ਨੇ, ਜਿਹੜੇ ਚੰਦ ਚਾੜ੍ਹਦੇ ਤੁਰੇ ਫਿਰਦੇ ਆ, ਕਾਲੀਆਂ ਭੇਡਾਂ ਨੇ, ਉਹਨਾਂ ਨੂੰ ਵੀ ਸਬਕ ਸਿੱਖਣ ਦੀ ਲੋੜ ਹੈ। ਬਿਲਕੁਲ ਜੀ। ਨਾਲ ਹੀ ਗੰਨਾ ਕਾਸ਼ਤਕਾਰਾਂ ਦੀ ਗੱਲ ਵੀ ਕਰ ਲੈਂਦੇ ਹਾਂ। ਗੰਨਾ ਕਾਸ਼ਤਕਾਰਾਂ ਵੱਲੋਂ ਵੀ ਬਕਾਇਆ ਰਾਸ਼ੀ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ, ਉੱਥੇ ਵੀ ਉਹਨਾਂ ਨੇ ਮੋਰਚਾ ਲਗਾਇਆ ਸੀ। ਦੇਖੋ, ਇਹ ਗੰਨੇ ਵਾਲਾ ਮਾਮਲਾ ਬੜਾ ਗੰਭੀਰ ਮਾਮਲਾ ਹੈ। ਕਈ ਸਾਲ ਗੰਨਾ ਮਿੱਲਾਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਅਦਾਇਗੀ ਨਹੀਂ ਕਰਦੀਆਂ। ਪੰਜਾਬ ਦੇ ਵਿੱਚ ਇਸ ਵੇਲੇ ਸਰਬੋਤਮ ਭਾਅ ਆ। ਮਾਨ ਸਰਕਾਰ ਨੇ 360 ਰੁਪਏ ਕੁਇੰਟਲ ਤੋਂ ਵਧਾ ਕੇ 380 ਕਰਤਾ। ਦੂਜੇ ਦਿਨੀ ਜਿਹੜੀਆਂ ਖੰਡ ਮਿੱਲਾਂ ਸੀਗੀਆਂ, ਉਹਨਾਂ ਨੇ ਇਸ਼ਤਿਹਾਰ ਅੱਧੇ ਪੇਜ ਦੇ ਜਾਰੀ ਕਰਤੇ ਕਿ ਅਸੀਂ ਇਹ ਪੈਸੇ ਨਹੀਂ ਦੇ ਸਕਦੇ ਜੀ, ਇੰਨਾ ਬੋਝ ਅਸੀਂ ਝੱਲ ਨਹੀਂ ਸਕਦੇ। ਇੱਕ ਕਿਸਾਨ ਮਿੱਲ ਇਹੀ ਜੀ ਹੈ ਜਿਨ੍ਹਾਂ ਨੇ ਕੁਝ ਹਿੱਸਾ ਆਪਣੀ ਜਾਇਦਾਦ ਦਾ ਵੇਚ ਕੇ ਇਹ ਅਦਾਇਗੀ ਕੀਤੀ ਹੈ। ਮੇਰਾ ਖਿਆਲ ਇਹਦੇ 'ਚ ਸਾਰਿਆਂ ਨੂੰ ਇਕੱਠੇ ਹੋ ਕੇ ਸੋਚਣ ਦੀ ਜ਼ਰੂਰਤ ਹੈ। ਉਹ ਕਹਿੰਦੇ ਵੀ ਜੇ ਇੰਨੇ ਪੈਸੇ ਦੇਣੇ ਆ, ਫਿਰ ਸਰਕਾਰ ਸਹਿਕਾਰੀ ਖੰਡ ਮਿੱਲਾਂ ਚਲਾ ਲਵੇ, ਸਾਡੇ ਵਾਲੀ ਵੀ ਸਰਕਾਰ ਚਲਾ ਲਵੇ, ਸਾਨੂੰ ਕੋਈ ਸਮੱਸਿਆ ਨਹੀਂ ਹੈਗੀ। ਸੋ ਇਹਦੇ ਵਿੱਚ ਜਿਹੜਾ ਇਹ ਮਾਮਲਾ ਧੂਰੀ ਦਾ ਜਿਹੜਾ ਭਗਵੰਤ ਸਿੰਘ ਮਾਨ ਸਾਹਿਬ ਦਾ ਦਫ਼ਤਰ ਹੈ, ਉੱਥੇ ਉਹਨਾਂ ਨੇ ਘੇਰਿਆ ਸੀ। ਅਦਾਇਗੀਆਂ ਬਾਰੇ ਸਰਕਾਰ ਨੇ ਐਲਾਨ ਕਰਤਾ ਸੀ। ਮੈਨੂੰ ਲੱਗਦਾ ਅਜੇ ਪੂਰੀ ਅਦਾਇਗੀ ਨਹੀਂ ਹੋਈ। ਜਿਹੜੀਆਂ ਅਦਾਇਗੀਆਂ ਰਹਿੰਦੀਆਂ ਨੇ, ਸਰਕਾਰ ਭਾਅ ਮਗਰੋਂ ਵਧਾਵੇ, ਪਹਿਲਾਂ ਉਹਨਾਂ ਨੂੰ ਉਨੇ ਪੈਸੇ ਦੇ ਦਿੱਤੇ ਜਾਣ। ਇਹ ਮੈਂ ਸਮਝਦਾ ਕਿ ਭਾਵੇਂ ਇਹ ਰਾਜਾਂ ਦਾ ਵਿਸ਼ਾ ਹੈ, ਪਰ ਜੇ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਭਾਅ ਹੋ ਜਾਵੇ ਤਾਂ ਜਿਹੜੇ ਕਿਸਾਨ ਇੱਥੋਂ ਚੱਕ ਕੇ ਦੂਜੇ ਰਾਜਾਂ ਨੂੰ ਜਾਂਦੇ ਨੇ ਉਹ ਬਚ ਸਕਦਾ ਹੈ। ਜਦੋਂ ਬਹੁਤਾ ਭਾਰ ਪਾ ਕੇ ਜਦੋਂ ਇਹੋ ਜਿਹਾ ਕੰਮ ਹੁੰਦਾ ਨਾ ਗੰਨੇ 'ਚ, ਫਿਰ ਟਰਾਲੀਆਂ 'ਚ ਭਾਰ ਵੀ ਵੱਧ ਪਾਇਆ ਜਾਂਦਾ ਹੈ। ਜਦੋਂ ਭਾਰ ਵੱਧ ਪਾਇਆ ਜਾਂਦਾ, ਕਈ ਵਾਰੀ ਬ੍ਰੇਕ ਵੱਜਦੇ ਨਹੀਂ, ਹਾਦਸੇ ਵਾਪਰ ਜਾਂਦੇ ਆ ਤੇ ਕੀਮਤੀ ਜਾਨਾਂ ਚਲ ਜਾਂਦੀਆਂ ਜੀ। ਤੇ ਨਾਲ ਹੀ ਵੱਡੇ ਫੇਰ ਬਦਲ ਵੀ ਹੋਏ ਨੇ ਸਿਆਸਤ ਦੇ ਵਿੱਚ। ਇੱਕ ਤਾਂ ਇਹ ਕਿ ਮਲਕਾਰਜੁਨ ਖੜਗੇ ਕੌਮੀ ਪ੍ਰਧਾਨ ਬਣੇ, ਕਾਂਗਰਸ ਦੇ ਵੋਟਿੰਗ ਹੋਈ, ਵੱਡ ਗਿਣਤੀ ਦੇ ਵਿੱਚ ਉਹਨਾਂ ਨੇ ਵੋਟਾਂ ਹਾਸਲ ਕੀਤੀਆਂ ਜੀ। ਮਲਕਾਰਜੁਨ ਖੜਗੇ ਬਹੁਤ ਪੁਰਾਣੇ ਆਗੂ ਨੇ, ਉਹ ਮੰਤਰੀ ਵੀ ਰਹੇ, ਕਰਨਾਟਕ ਤੋਂ ਆਉਂਦੇ ਨੇ। ਉਹਨਾਂ ਦਾ ਆਪਣੇ ਰਾਜ ਦੇ ਵਿੱਚ ਵੀ ਬਹੁਤ ਅਹਿਮ ਪ੍ਰਭਾਵ ਹੈ। ਉਹ ਲੋਕ ਸਭਾ ਤੇ ਵਿਧਾਨ ਸਭਾ ਦੇ ਮੈਂਬਰ ਬਹੁਤ ਵਾਰ ਰਹੇ ਤੇ ਵਿਰੋਧੀ ਧਿਰ ਦੇ ਆਗੂ ਵਜੋਂ ਵੀ ਕਈ ਵਾਰ ਕੰਮ ਕਰਦੇ ਰਹੇ ਜੀ। ਔਰ ਤੁਸੀਂ ਦੇਖੋ ਕਿ ਮਲਕਾਰਜੁਨ ਖੜਗੇ ਹੋਣ, ਕਾਂਗਰਸ ਦੇ ਵਿੱਚ ਆਨੰਦ ਸ਼ਰਮਾ ਹੋਣ, ਇਸੇ ਤਰ੍ਹਾਂ ਹੁਕਮਰਾਨ ਪਾਰਟੀਆਂ ਦੇ ਬਹੁਤ ਸਾਰੇ ਆਗੂ, ਕਈਆਂ ਨੇ ਸਾਰੀ ਉਮਰ ਹੰਢਾਤੀ ਲੇਕਿਨ ਉਹਨਾਂ ਨੂੰ ਬੋਲਣਾ ਨਹੀਂ ਆਇਆ। ਪਰ ਮਲਕਾਰਜੁਨ ਖੜਗੇ ਜਦੋਂ ਵੀ ਬੋਲਦੇ ਆ, ਆਨੰਦ ਸ਼ਰਮਾ ਹੋਣ, ਬਹੁਤ ਸਾਰੇ ਆਗੂਆਂ ਦੇ ਮੈਂ ਨਾਂ ਲੈ ਸਕਦਾ, ਬਹੁਤ ਸਾਰੇ ਖੱਬੀਆਂ ਧਿਰਾਂ ਦੇ ਆਗੂ, ਬਹੁਤ ਸਾਰੀਆਂ ਹੋਰ ਸਥਾਨਕ ਪਾਰਟੀਆਂ ਦੇ ਆਗੂ ਜਦੋਂ ਬੋਲਦੇ ਸੀ, ਲੋਕ ਸਾਹ ਰੋਕ ਕੇ ਸੁਣਦੇ ਹੁੰਦੇ ਸੀ। ਮੁੱਦੇ ਉਠਾਉਣ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਕੋਈ ਮੁਕਾਬਲਾ ਨਹੀਂ। ਉਹ ਜੇ 5-7 ਮਿੰਟ ਦੇ ਵਿੱਚ ਵੀ ਬਹੁਤ ਗੱਲਾਂ ਕਰ ਜਾਂਦੇ ਹੈ, ਉਹਨਾਂ ਦਾ ਵੀ ਮੁਕਾਬਲਾ ਨਹੀਂ ਹੈਗਾ। ਉਹ ਜਿਹੜੀ ਉਸ ਵੇਲੇ ਦੀ ਆਪਣੀ ਲਿਆਕਤ ਹੈ, ਹੁਣ ਮੁੱਖ ਮੰਤਰੀ ਦੇ ਹੁੰਦਿਆਂ ਇਹਨੂੰ ਪੂਰਾ ਕਰਨ। ਸੋ ਉਹ ਜਿਹੜਾ ਸਾਰਾ ਮਾਮਲਾ ਹੈਗਾ, ਮਲਕਾਰਜੁਨ ਖੜਗੇ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਇਹ ਮਾਮਲਾ ਬਾਹਰ ਨਿਕਲਿਆ ਹੈ। ਜਿੱਦਣ ਤੋਂ ਮਲਕਾਰਜੁਨ ਖੜਗੇ ਨੇ
ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਬਹੁਤ ਸਾਰੇ G23 ਦੇ ਆਗੂ ਜਿਹੜੇ ਕਾਂਗਰਸ ਨੂੰ ਇਹ ਕਹਿ ਕੇ ਛੱਡ ਗਏ ਸੀ ਕਿ ਇੱਥੇ ਤਾਂ ਇੱਕ ਪਰਿਵਾਰ ਦਾ ਬੋਲਬਾਲਾ ਹੈ, ਉਹਨਾਂ ਤੇ ਤੰਜ ਕਈਆਂ ਨੇ ਕੱਸਿਆ ਕਿ ਜੀ ਦੇਖੋ ਜੀ ਇਹ ਤਾਂ ਜੀ ਆਪੇ ਚੋਣਾਂ ਕਰਾ ਲੀਆਂ ਫਲਾਣਾ ਕਰਾਈਆਂ ਤਾਂ ਹੈ ਨਾ। ਮਤਲਬ ਜਿਹੜੇ ਸ਼ਸ਼ੀ ਥਰੂਰ ਨੇ ਉਹ ਜਿੱਦਣ ਉਹਨਾਂ ਦੀ ਹਾਰ ਹੋਈ ਉਹਨਾਂ ਨੂੰ ਤਾਂ 1100 ਵੋਟ ਹੀ ਮਿਲੀ ਹੈ, ਬਾਕੀ 8000 ਦੇ ਕਰੀਬ ਮਲਕਾਰਜਨ ਖੜਗੇ ਨੂੰ ਮਿਲੀ, 410 ਵੋਟਾਂ 416 ਵੋਟਾਂ ਰੱਦ ਹੋ ਗਈਆਂ। ਇਹਦਾ ਮਤਲਬ ਇਹ ਭਾਵੇਂ ਜੋ ਮਰਜ਼ੀ ਹੋਵੇ, ਇਸ਼ਾਰਾ ਉਧਰਲਿਆਂ ਦਾ ਵੀ ਹੋਵੇ, ਉਧਰਲੇ ਪਾਸੇ ਦੋ ਚੋਣਾਂ ਹੋ ਰਹੀਆਂ ਨੇ ਗੁਜਰਾਤ ਤੇ ਹਿਮਾਚਲ 'ਚ। ਰਾਹੁਲ ਗਾਂਧੀ ਸਾਹਿਬ ਨੇ ਉਹਨਾਂ ਆਗੂਆਂ ਦੇ ਉੱਤੇ ਖੜਗੇ ਸਾਹਿਬ ਹੋਰਾਂ ਤੇ ਛੱਡਤੀ, ਆਪ ਉਹ ਭਾਰਤ ਜੋੜੋ ਯਾਤਰਾ ਤੇ ਨਿਕਲੇ ਹੋਏ ਨੇ। ਭਾਰਤ ਜੋੜੋ ਯਾਤਰਾ ਭਾਵੇਂ ਜਿੰਨੀਆਂ ਮਰਜ਼ੀਆਂ ਦਬਮੀਆਂ ਆਵਾਜ਼ਾਂ 'ਚ ਇਹ ਲੋਕ ਗੱਲ ਕਰਨ, ਰਾਹੁਲ ਗਾਂਧੀ ਦਾ ਕੋਈ ਸਲਾਹਕਾਰ ਕੋਈ ਚੰਗਾ ਉਹਨੂੰ ਮਿਲਿਆ ਹੋਇਆ ਹੈ। ਜਿੱਥੇ ਵੀ ਉਹ ਜਾਂਦੇ ਨੇ ਰਸਤੇ ਦੇ ਵਿੱਚ ਜਿੰਨੇ ਧਾਰਮਿਕ ਸਥਾਨ ਆਉਂਦੇ ਨੇ, ਵਿਦਿਅਕ ਸਥਾਨ ਆਉਂਦੇ ਨੇ, ਸੱਭਿਆਚਾਰ ਸਥਾਨ ਆਉਂਦੇ ਨੇ, ਰਾਹੁਲ ਗਾਂਧੀ ਸਾਹਿਬ ਸਾਰਿਆਂ ਨਾਲ ਸੰਪਰਕ ਕਰਦੇ, ਕੋਈ ਕਾਹਲੀ ਨਹੀਂ। ਔਰ ਇਹੀ ਕਾਰਨ ਹੈ ਕਿ ਵੱਖ-ਵੱਖ ਰਾਜਾਂ ਵਿੱਚ ਉਹਨਾਂ ਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਹ ਹੁੰਗਾਰਾ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਅਗਲੀ ਗੱਲ ਹੈ, ਪਰ ਇਹ ਯਾਤਰਾ ਜਿਹੜੀ ਹੈ ਉਹਨੇ ਰਾਹੁਲ ਗਾਂਧੀ ਦੇ ਅਕਸ ਨੂੰ ਉਭਾਰਿਆ ਹੈ। ਉਹਨਾਂ ਨੇ ਕਮਾਨ ਜਿਹੜੀ ਹੈ ਮਲਕਾਰਜਨ ਖੜਗੇ ਨੂੰ ਦੇਤੀ ਹੈ। ਭਾਵੇਂ ਇੱਕ ਵੱਖਰੀ ਗੱਲ ਹੈ, ਤੁਸੀਂ ਮੈਨੂੰ ਦੱਸੋ ਦੂਜੀਆਂ ਪਾਰਟੀਆਂ ਵਾਲੇ ਰੌਲਾ ਤਾਂ ਬਹੁਤ ਪਾਉਂਦੇ ਨੇ ਕਿ ਇਹ ਪ੍ਰਧਾਨਗੀ ਤੋਂ ਐਂ ਕਰ ਲਿਆ ਜੀ, ਅਜੇ ਵੀ ਪ੍ਰਿੰਕਾ ਰਾਹੁਲ ਤੇ ਸੋਨੀਆ ਹੀ ਸੰਭੂਗੀ, ਪਰ ਦੂਜੇ ਨੂੰ ਬਿਠਾਇਆ ਤਾਂ ਹੈ ਨਾ। ਬਿਲਕੁਲ ਉਹਨਾਂ ਨੇ ਭਾਵੇਂ ਸਾਰੀ ਸਰਕਾਰ ਆਪ ਚਲਾਈ 10 ਸਾਲ, ਪਰ ਪ੍ਰਧਾਨ ਮੰਤਰੀ ਤਾਂ ਇੱਕ ਘੱਟ ਗਿਣਤੀਆਂ ਦੇ ਵਿੱਚੋਂ ਇੱਕ ਸਿੱਖ ਚਿਹਰੇ ਨੂੰ ਡਾਕਟਰ ਮਨਮੋਹਨ ਸਿੰਘ ਦੇ ਰੂਪ 'ਚ ਬਣਾਇਆ ਨਾ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਬਹੁਤ ਸਾਰੇ ਮੰਤਰੀਆਂ ਤੇ ਇਲਜ਼ਾਮ ਲੱਗੇ, ਉਹ ਰੋਕ ਨਾ ਸਕੇ, ਲੇਕਿਨ ਉਹਨਾਂ ਤੇ ਤਾਂ ਕੋਈ ਇਲਜ਼ਾਮ ਨਹੀਂ ਨਾ। ਬਿਲਕੁਲ। ਤੇ ਮਲਕਾਰਜਨ ਖੜਗੇ ਤੇ ਵੀ ਅਜੇ ਤੱਕ ਕੋਈ ਇਲਜ਼ਾਮ ਨਹੀਂ। ਉਹ ਜਿਹੜੇ ਭਾਈਚਾਰੇ 'ਚੋਂ ਆਉਂਦੇ ਆ, ਉਹ ਭਾਈਚਾਰਾ ਉਦੋਂ ਦਾ ਪੂਰੀਆਂ ਛਾਲਾਂ ਮਾਰ ਕੇ ਉਹ ਕਰਦਾ ਕਿ ਸਾਨੂੰ ਕਿਸੇ ਨੇ ਪ੍ਰਤੀਨਿਧਤਾ ਤਾਂ ਦਿੱਤੀ। ਤੁਹਾਨੂੰ ਯਾਦ ਹੋਵੇਗਾ ਜਦੋਂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਇਹ ਵੱਖਰੀ ਗੱਲ ਆ ਕਿ ਨਵਜੋਤ ਸਿੱਧੂ ਤੇ ਇਹਨਾਂ ਨੇ ਧਮੱਚੜ ਪਾ ਕੇ ਆਪਣੀ ਖੇਡ ਆਪ ਵਿਗਾੜ ਲਈ। ਉਹ ਵਿਸ਼ੇਸ਼ ਭਾਈਚਾਰਾ ਇਸ ਗੱਲ ਤੇ ਪੂਰੇ ਭੰਗੜੇ ਪਾਉਂਦਾ ਸੀ ਵੀ ਕਿਸੇ ਨੇ ਸਾਡਾ ਬੰਦਾ ਤਾਂ ਮੁੱਖ ਮੰਤਰੀ ਬਣਾਤਾ। ਬਿਲਕੁਲ। ਸੋ ਮਲਕਾਰਜਨ ਖੜਗੇ ਦਾ ਵੱਖ-ਵੱਖ ਰੂਪਾਂ ਦੇ ਵਿੱਚ ਕਾਂਗਰਸ ਨੂੰ ਫਾਇਦਾ ਹੋਵੇਗਾ। ਜਿਹੜੇ ਆਗੂ ਛੱਡ ਕੇ ਜਾ ਰਹੇ ਸੀ, ਇੱਥੋਂ ਤੱਕ ਕਿ ਗੁਜਰਾਤ ਵਰਗੇ ਰਾਜਾਂ ਦੇ ਵਿੱਚੋਂ ਭਾਜਪਾ ਦੇ ਕਈ ਆਗੂ ਤੇ ਉਹਨਾਂ ਦੇ ਅਗਲੀ ਪੀੜ੍ਹੀ ਉਹ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੀ ਹੈ। ਇਹਦਾ ਅੱਗੇ ਨਤੀਜਾ ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਸਮਾਂ ਦੱਸੇਗਾ, ਲੇਕਿਨ ਇਹਦੇ ਨਾਲ ਖੜਗੇ ਸਾਹਿਬ ਨੂੰ ਪ੍ਰਧਾਨ ਬਣਾਉਣ ਦੇ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਕਿਸਮ ਦਾ ਹੁਲਾਰਾ ਮਿਲਿਆ। ਤੇ ਜਿਹੜੀ ਭਾਰਤ ਜੋੜੋ ਯਾਤਰਾ ਰਾਹੁਲ ਸਾਹਿਬ ਦੀ ਜਾ ਰਹੀ ਹੈ, ਉਹ ਵੀ ਕਈ ਆਗੂ ਜਿਹੜੇ ਛੱਡ ਕੇ ਤੁਰ ਗਏ ਸੀ ਕਿਸੇ ਪਾਸੇ ਨੂੰ, ਅੱਜ ਉਹ ਵੀ ਸੋਚ ਰਹੇ ਨੇ ਕਿ ਕਿਧਰੇ ਇਹ ਸਾਰੇ ਮਾਮਲੇ ਦੇ ਵਿੱਚ ਰਾਹੁਲ ਨਰਿੰਦਰ ਮੋਦੀ ਸਾਹਿਬ ਤੋਂ ਅੱਗੇ ਨਾ ਲੰਘ ਜਾਂਦੇ ਹੋਣ। ਜੀ। ਤੇ ਨਾਲ ਹੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਨੇ, ਅਹੁਦੇ ਦੇ ਉੱਤੇ ਵਿਰਾਜਮਾਨ ਹੋ ਚੁੱਕੇ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਉਹਨਾਂ ਨੂੰ ਵਧਾਈ ਸੰਦੇਸ਼ ਭੇਜਿਆ ਗਿਆ। ਕਾਫੀ ਚਰਚਾ ਦੇ ਵਿੱਚ ਰਹੇ ਰਿਸ਼ੀ ਸੁਨਕ ਤੇ ਉਸ ਤੋਂ ਇਲਾਵਾ ਕਾਫੀ ਚਰਚਾ ਦੇ ਵਿੱਚ ਰਿਹਾ ਉਹ ਪਰਿਵਾਰ ਜੋ ਉਹਨਾਂ ਦਾ ਵੱਖ-ਵੱਖ ਥਾਵਾਂ ਦੇ ਉੱਤੇ ਰਹਿਣ ਦੇ ਬਾਵਜੂਦ ਬਰਤਾਨੀਆ ਤੱਕ ਪਹੁੰਚਿਆ। ਦੇਖੋ, ਰਿਸ਼ੀ ਸੁਨਕ ਬਹੁਤ ਚਰਚਿਤ ਚਿਹਰਾ ਨੇ। ਇਸ ਤੋਂ ਪਹਿਲਾਂ ਜਿਹੜੇ ਲਿਸੀ ਟਰੱਸ ਸੀ ਉਹਨਾਂ ਨੇ ਇਸ ਕਰਕੇ ਛੱਡਿਆ ਕਿ ਬਰਤਾਨੀਆ ਦੇ ਵਿੱਚ ਵੀ ਇਸ ਵੇਲੇ ਆਰਥਿਕ ਸਥਿਤੀ ਬਹੁਤ ਗੰਭੀਰਤਾ ਵਾਲੀ ਹੈ ਜੀ। ਕਾਫੀ ਔਖੀ ਸਥਿਤੀ ਦੇ ਵਿੱਚੋਂ ਉਹ ਲੋਕ ਲੰਘ ਰਹੇ ਨੇ। ਮੰਨਿਆ ਇਹ ਜਾ ਰਿਹਾ ਕਿ ਰਿਸ਼ੀ ਸੁਨਕ ਇੱਕ ਵਧੀਆ ਸ਼ਖਸੀਅਤ ਨੇ ਜਿਹੜੇ ਆਰਥਿਕਤਾ ਦੇ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ ਨੇ। ਉਹਨਾਂ ਨੇ ਆਪਣੇ ਪਹਿਲੇ ਹੀ ਪ੍ਰੈਸ ਮਿਲਣੀ ਦੇ ਵਿੱਚ ਕਹਿਤਾ ਸੀ ਕਿ ਕੁਝ ਸਾਨੂੰ ਗੰਭੀਰ ਤੇ ਸਖਤ ਫੈਸਲੇ ਵੀ ਲੈਣੇ ਪੈ ਸਕਦੇ ਨੇ। ਤੁਸੀਂ ਦੇਖੋ, ਜਿਨ੍ਹਾਂ ਨੇ ਭਾਰਤੀਆਂ ਤੇ ਰਾਜ ਕੀਤਾ ਤੇ ਅੱਜ ਉਹ ਭਾਰਤੀ ਬੰਦਾ ਉਸ ਮੁਲਕ 'ਚ ਜਾ ਕੇ ਉਹਨਾਂ ਤੇ ਰਾਜ ਕਰਨਾ ਸ਼ੁਰੂ ਕਰਤਾ ਹੈ। ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਜਿੱਥੇ ਵਧਾਈ ਦਿੱਤੀ, ਉੱਥੇ ਜਿਹੜਾ ਮੁਕਤ ਵਪਾਰ ਹੈ ਉਸ ਤਹਿਤ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਤੇ ਰਿਸ਼ੀ ਸੁਨਕ ਸਾਹਿਬ ਨੇ ਇਸ ਗੱਲ ਤੇ ਇੱਛਾ ਜ਼ਾਹਰ ਕੀਤੀ ਹੈ ਕਿ ਕਿਉਂ ਨਾ ਆਪਾਂ ਜਿਹੜੇ ਇਹ ਅੰਤਰਰਾਸ਼ਟਰੀ ਪੱਧਰ ਦੇ ਵਪਾਰ ਨੇ, ਇਹਨਾਂ ਵਪਾਰਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਅੱਗੇ ਵਧਾਇਆ ਜਾਵੇ, ਜਿਹਦਾ ਦੋਨੇ ਪਾਸਿਆਂ ਦੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਜੀ। ਤੇ ਢਿੱਲੋਂ ਸਾਹਿਬ, ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਜਿਸ ਤੋਂ ਬਾਅਦ ਲਗਾਤਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਐਨਕਾਊਂਟਰ ਕੀਤੇ ਗਏ ਤੇ ਗੈਂਗਸਟਰਾਂ ਤੋਂ ਪੁੱਛਗਿੱਛ ਵੀ ਲਗਾਤਾਰ ਜਾਰੀ ਹੈ। ਤੇ ਇਸੇ ਦੇ ਚੱਲਦਿਆਂ ਅਫਸਾਨਾ ਖਾਨ ਜੋ ਕਾਫੀ ਕਰੀਬੀ ਸੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ, ਵੀ ਕਾਫੀ ਉਹਦੇ ਕਰੀਬੀ ਸੰਬੰਧ ਨੇ,
ਉਸ ਨੂੰ ਵੀ NIA ਵੱਲੋਂ ਪੁੱਛਗਿੱਛ ਵਾਸਤੇ ਸੱਦਿਆ ਗਿਆ। ਕਾਫੀ ਉਹ ਤੋਂ ਵੀ ਸਵਾਲ ਜਵਾਬ ਕੀਤੇ ਗਏ। ਲੰਮਾ ਸਮਾਂ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਗਈ। 5 ਘੰਟੇ ਦੇ ਕਰੀਬ ਪੁੱਛਗਿੱਛ ਹੋਈ ਜੀ, ਲੇਕਿਨ ਜੋ ਖੁਲਾਸੇ ਉਹਨੇ ਬਾਹਰ ਆ ਕੇ ਕੀਤੇ ਨੇ, ਉਹ ਕਹਿੰਦੀ ਵੀ 5 ਘੰਟਿਆਂ ਦੇ ਵਿੱਚ ਮੇਰੇ ਨਾਲ ਕਿਸੇ ਕਿਸਮ ਦਾ ਕਿਸੇ ਨੇ ਕੋਈ ਤਲਖ ਸ਼ਬਦ ਬੋਲਿਆ ਹੀ ਨਹੀਂ। ਮੈਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਵਾਲ ਜਵਾਬ ਕੀਤੇ ਨੇ। ਸਵਾਲ ਜਵਾਬ ਕਰਨਾ ਕਿਸੇ ਵੀ ਜਾਂਚ ਏਜੰਸੀ ਦਾ ਕੰਮ ਹੈ। ਬਿਲਕੁਲ। ਉਹ ਕਹਿੰਦੇ ਵੀ NIA ਕੋਲੇ ਜਾਂਚ ਚਲੀ ਗਈ। ਮੈਨੂੰ ਹੁਣ ਉਮੀਦ ਹੈ ਕਿ ਉਹ ਕਹਿੰਦੇ ਵੀ ਮੈਂ ਰੱਖੜੀ ਬੰਨ੍ਹਦੀ ਹੁੰਦੀ ਸੀ ਸ਼ੁਭਦੀਪ ਦੇ, ਤੇ ਹੁਣ ਵੀ ਉਹ 2 ਦਿਨ ਪਹਿਲਾਂ ਵੀ ਉਸ ਪਰਿਵਾਰ ਦੇ ਵਿੱਚ ਜਾ ਕੇ ਆਈ ਹੈ। ਔਰ ਕਹਿੰਦੇ ਮੈਨੂੰ ਕਿਸੇ ਕਿਸਮ ਦਾ ਕੋਈ ਡਰਾਵਾ ਕੋਈ ਇਸ ਤਰ੍ਹਾਂ ਦਾ ਨਹੀਂ ਕੀਤਾ ਗਿਆ ਜਿਹਨੂੰ ਇਹ ਆਪਾਂ ਸਮਝੀਏ ਕਿ ਜਿਹਦੇ ਨਾਲ ਕੋਈ ਨੁਕਸਾਨ ਹੁੰਦਾ ਹੋਵੇ। ਮੈਂ ਵਧੀਆ ਤਰੀਕੇ ਦੇ ਨਾਲ ਮੇਰੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਵੱਲੋਂ ਇਹ ਕਹਿਣਾ ਕਿ ਸਾਨੂੰ ਹੁਣ ਆਸ ਵੱਝ ਗਈ ਹੈ NIA ਸ਼ੁਭਦੀਪ ਦੇ ਕਾਤਲਾਂ ਤੱਕ, ਜਿਹੜੇ ਅਜੇ ਪਰਿਵਾਰ ਮੰਨਦਾ ਹੈ ਕਿ ਅਜੇ ਫੜੇ ਨਹੀਂ ਗਏ, ਉਹਨਾਂ ਤੱਕ ਪਹੁੰਚੇਗੀ। ਤੇ ਇਹ ਵੀ ਜਿਹੜੇ ਬੰਦਿਆਂ ਨੂੰ ਫੜ ਲੈਂਦੇ ਆ ਤੇ ਪਿੱਛੋਂ ਛੁਡਾ ਲੈਂਦੇ ਆ ਇਹਨਾਂ ਤੋਂ, ਉਹਨਾਂ ਦੇ ਉੱਤੇ ਵੀ ਸਕੰਜਾ ਕਸੇਗੀ ਕਿ ਮਾਨਸਾ ਪੁਲਿਸ ਦੇ ਵਿੱਚ ਕਿਹੜੇ ਲੋਕ ਨੇ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ। ਕੱਲਾ ਪ੍ਰਿਤਪਾਲ ਸਿੰਘ ਨਹੀਂ ਹੋ ਸਕਦਾ, ਹੋਰ ਵੀ ਕੋਈ ਨਾ ਕੋਈ ਛੁਪੀਆਂ ਹੋਈਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਵੱਲ ਮੈਂ ਸਮਝਦਾ ਕਿ ਗੌਰਵ ਯਾਦਵ ਸਾਹਿਬ ਸਾਡੇ ਬੜੇ ਇਮਾਨਦਾਰ ਛਵੀ ਵਾਲੇ DGP ਨੇ। ਉਹਨਾਂ ਨੂੰ ਚਾਹੀਦਾ ਕਿ ਜਿਹੜੇ ਇਹ ਇਲਜ਼ਾਮ ਲੱਗਦੇ ਨੇ ਇਹਨਾਂ ਨੂੰ ਘੋਖਿਆ ਜਾਵੇ, ਔਰ ਜਿਹੜੇ ਉੱਥੋਂ ਦੇ SSP ਤੇ ਵੀ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੀ ਪੜਤਾਲ ਵੀ ਕਰਨੀ ਬਣਦੀ ਹੈ। ਬਿਲਕੁਲ ਜੀ, ਤੁਸੀਂ NIA ਦੀ ਚਰਚਾ ਕੀਤੀ ਹੈ। NIA ਸੂਬਿਆਂ ਦੇ ਵਿੱਚ ਆਪਣੇ ਦਫ਼ਤਰ ਖੋਲ੍ਹੇਗੀ। ਇੱਕ ਸ਼ਿਵਰ ਚੱਲ ਰਿਹਾ, ਚਿੰਤਨ ਸ਼ਿਵਰ, ਉਹ ਖਤਮ ਹੋ ਚੁੱਕਿਆ ਹੈ ਤੇ ਉਸ ਦੌਰਾਨ ਹੀ ਇਹ ਕਾਫੀ ਫੈਸਲੇ ਅਹਿਮ ਲਏ ਗਏ ਨੇ। ਵਰਦੀ ਨੂੰ ਲੈ ਕੇ ਵੀ ਮੋਦੀ ਸਾਹਿਬ ਨੇ ਕਿਹਾ ਹੈ ਕਿ ਜਿਹੜੇ ਰਾਜ ਨੇ ਉਹ ਇਹਦੇ ਉੱਤੇ ਚਿੰਤਨ ਕਰਨ ਕਿ ਸਾਰੇ ਰਾਜਾਂ ਦੀ ਇੱਕ ਵਰਦੀ ਇੱਕ ਰਾਸ਼ਟਰ ਹੋ ਜਾਵੇ, ਯਾਨੀ ਕਿ ਪੁਲਿਸ ਦੀ ਵਰਦੀ ਇੱਕੋ ਜਿਹੀ ਹੋ ਜਾਵੇ। ਤੇ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਨੇ। ਤੇ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਦੇਖੋ, ਭਗਵੰਤ ਮਾਨ ਸਾਹਿਬ ਨੇ ਤਾਂ ਆਉਣਾ ਸੀ ਕਿਉਂਕਿ ਬਾਗਡੋਰ ਉਹਨਾਂ ਦੇ ਹੱਥ 'ਚ ਹੈ। ਛੁਰੀ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਛੁਰੀ ਤੇ ਡਿੱਗੇ, ਨੁਕਸਾਨ ਤਾਂ ਖਰਬੂਜੇ ਦਾ ਹੀ ਹੈਗਾ। ਉਹ ਉੱਥੇ ਸ਼ਾਮਲ ਸੀ। ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਕਿਹਾ ਸੀ NIA ਦੇ ਹਰੇਕ ਸੂਬੇ ਦੇ ਵਿੱਚ ਦਫ਼ਤਰ ਖੋਲਾਂਗੇ, ਇਹ ਕਹਿੰਦੇ ਆ ਕਿ ਇਹ ਮਾਮਲੇ ਦੇ ਵਿੱਚ ਇਹ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦਿੰਦੇ ਆ। ਜਿਹੜਾ ਸੁਰੱਖਿਆ ਦਾ ਮਾਮਲਾ, ਅੰਦਰੂਨੀ ਸੁਰੱਖਿਆ, ਇਹ ਰਾਜਾਂ ਦਾ ਵਿਸ਼ਾ ਹੈ। ਤੇ ਜਿਹੜਾ ਹੱਦਾਂ ਤੋਂ ਸਰਹੱਦਾਂ ਤੋਂ ਪਰਲੇ ਪਾਸੇ ਵਾਲਾ ਮਾਮਲਾ ਹੈਗਾ ਉਹ ਕੇਂਦਰੀਆਂ ਏਜੰਸੀਆਂ ਦਾ, ਭਾਵੇਂ BSF ਹੋਵੇ, ਫੌਜ ਹੋਵੇ ਜਾਂ ਕੋਈ ਹੋਰ ਹੋਵੇ। ਇਸ ਮਾਮਲੇ 'ਚ ਉਹ ਕਹਿੰਦੇ ਆ ਕਿ ਸਾਡੇ ਇਹਦੇ ਵਿੱਚ ਦਖਲ ਹੈ। ਤੇ ਭਗਵੰਤ ਮਾਨ ਨੇ ਗੋਡੇ ਟੇਕ ਤੇ ਇਹ ਗੱਲ ਕਹਿਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗੇ ਨਾ, ਸਾਰਿਆਂ ਨੇ ਸਵਾਲ ਚੱਕੇ ਨੇ। ਔਰ ਹੋਰ ਵੀ ਕਈ ਸਵਾਲ ਭਗਵੰਤ ਸਿੰਘ ਮਾਨ ਦੇ ਉੱਤੇ ਚੱਕੇ ਗਏ ਨੇ ਔਰ ਉਹਨਾਂ ਦਾ ਚੱਕਣਾ ਵਾਜਬ ਹੈ। ਜਿਹੜੀ ਗੱਲ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਕਹਿੰਦੇ ਹੋ ਕਿ ਇੱਕ ਦੇਸ਼ ਇੱਕ ਵਰਦੀ, ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਇੱਕ ਦੇਸ਼ ਇੱਕ ਟੈਕਸ ਕਰ ਲਿਆ। ਜੇ ਇੱਕ ਦੇਸ਼ ਇੱਕ ਟੈਕਸ ਕਰਨਾ ਹੈ ਫਿਰ ਪੈਟਰੋਲ, ਗੈਸ ਤੇ ਡੀਜ਼ਲ ਵਸਤਾਂ ਦੇ ਉੱਤੇ ਕਰ ਦਿਓ, ਇਹਨੂੰ ਲੈ ਆਓ ਉਹਦੇ 'ਚ GST ਦੇ ਘੇਰੇ 'ਚ। ਅੱਜ ਜਿਹੜਾ 100% ਤੋਂ ਵੱਧ ਇਹ ਟੈਕਸ ਲੱਗ ਰਹੇ ਨੇ ਤੇ GST ਦਾ ਵੱਧ ਤੋਂ ਵੱਧ 28% ਹੈ। ਜਦੋਂ GST ਮਨਮੋਹਨ ਸਿੰਘ ਲਿਆਉਣ ਲੱਗਿਆ ਸੀ ਉਦੋਂ ਇਹਨਾਂ ਨੇ ਧਮੱਚੜ ਪਾ ਲਿਆ। ਅੱਜ ਗੈਸ ਦੀ ਕੀਮਤ ਕਿੱਥੇ ਪਹੁੰਚ ਗਈ? 450 ਰੁਪਈਆ ਸੀ 14 ਤੋਂ ਪਹਿਲਾਂ, ਤੇ ਅੱਜ ਉਹ 1100 ਤੋਂ ਉੱਪਰ ਚੱਲਦੀ ਪਈ ਹੈ। ਪੈਟਰੋਲ, ਡੀਜ਼ਲ ਇਹ 50 ਰੁਪਏ ਦੇ ਆਸ-ਪਾਸ ਚੱਲਦੇ ਸੀ, ਅੱਜ 100 ਰੁਪਏ ਤੱਕ ਪਹੁੰਚ ਚੁੱਕੇ ਨੇ। CNG ਬੜਾ ਸੀਮਤ ਜੀ ਕੀਮਤ ਸੀ, ਅੱਜ ਉਹ ਕਿੱਥੇ ਤੱਕ ਪਹੁੰਚ ਚੁੱਕੀ ਹੈ। ਫਿਰ ਉਵੇਂ ਕਰ ਦਿਓ। ਇਹ ਕੀ ਕਰਨਾ ਕੀ ਨਹੀਂ ਕਰਨਾ, ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖਿਆ ਕਿ ਪੁਲਿਸ ਦੇ ਆਪਣੇ ਆਪਣੇ ਤੌਰ ਤਰੀਕੇ ਨੇ। ਜਦੋਂ ਅੰਗਰੇਜ਼ਾਂ ਦੀ ਪੁਲਿਸ ਹੁੰਦੀ ਸੀ, ਕਹਿੰਦੇ ਆ ਕਿ ਉਹਦੇ ਅਧਿਕਾਰੀ ਦੇ ਤਾਂ ਪਾਈ ਹੁੰਦੀ ਸੀ ਉਹ ਪੈਂਟ, ਪਰ ਜਿਹੜੇ ਸਿਪਾਹੀ ਹੁੰਦੇ ਸੀ ਉਹਨਾਂ ਦੇ ਉਹ ਸਕਲਟ ਜੀ ਵਰਗੀਆਂ ਨੀਕਰਾਂ ਪਈਆਂ ਹੁੰਦੀਆਂ ਸੀ। ਤੁਸੀਂ ਦੇਖਿਆ ਪੁਰਾਣੀਆਂ ਫਿਲਮਾਂ ਦੇ ਵਿੱਚ ਵੀ, ਅਸੀਂ ਜਦੋਂ ਪੁਰਾਣੀਆਂ ਫਿਲਮਾਂ ਦਾ ਦੌਰ ਦੇਖਦੇ ਹਾਂ ਤਾਂ ਉਸੇ ਤਰ੍ਹਾਂ ਦੇ ਉਹ ਫਿਲਮਾਏ ਜਾਂਦੇ ਨੇ। ਉਹਦੀ ਥਾਂ ਦੇ ਉੱਤੇ ਕੁਝ ਰਾਜਾਂ ਨੇ ਆਪਸ ਵਿੱਚ ਦੀ ਤਾਲਮੇਲ ਬਣਾਏ ਨੇ। ਤਾਲਮੇਲ ਪੁਲਿਸ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਨੇ। ਮੇਰਾ ਖਿਆਲ ਪ੍ਰਧਾਨ ਮੰਤਰੀ ਸਾਹਿਬ ਨੇ ਪਤਾ ਨਹੀਂ ਇਹ ਕਿੱਧਰੋਂ ਇਹ ਗੱਲ ਕੀਤੀ ਹੈ। ਸੋ ਇਹ ਸਾਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਵੀ ਕਈ ਸਵਾਲ ਚੰਗੇ ਚੱਕੇ ਨੇ। ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਏਰੀਏ 'ਚ ਹੈ, ਬਾਰਡਰ ਏਰੀਏ ਦੀ ਜਿਹੜੀ ਐਕਚੁਅਲ ਸਥਿਤੀ ਹੈ ਤੇ ਤਾਰ, ਇਹਦਾ ਦਾਇਰਾ ਘਟਾਓ। ਜਦੋਂ ਇੱਥੇ 50 ਕਿਲੋਮੀਟਰ 'ਚ BSF ਕਰਨ ਨੂੰ ਦਿੱਤਾ ਸੀ ਉਦੋਂ ਵੀ ਤਾਂ ਰਾਜਾਂ ਦੇ ਵਿੱਚ ਦਖਲ ਸੀ। ਸੋ ਮੁੱਖ ਮੰਤਰੀ ਨੇ ਜਿਹੜਾ ਕਿਹਾ ਵੀ ਸਾਨੂੰ ਪੈਸੇ ਵੱਧ ਦਿਓ, ਅਸੀਂ ਇੱਕ ਤਾਂ
ਇਹਨੂੰ ਹੋਰ ਆਧੁਨਿਕਤਾ ਚ ਲੈ ਆਈਏ, ਕਿਉਂਕਿ ਇਹ ਮਾਮਲਾ ਪਹਿਲਾਂ ਹੀ ਗੰਭੀਰਤਾ ਵਾਲਾ ਹੈ। ਦੂਜਾ, ਉਹ ਕਹਿੰਦੇ ਕਿ ਕੋਆਰਡੀਨੇਸ਼ਨ ਕਮੇਟੀਆਂ ਆਲਰੇਡੀ ਕੰਮ ਕਰ ਰਹੀਆਂ ਨੇ, ਉਹਨਾਂ ਦੀ ਕੋਆਰਡੀਨੇਸ਼ਨ ਹੋਰ ਵਧਾਉਣ ਦੀ ਜ਼ਰੂਰਤ ਹੈ। ਮੇਰਾ ਖਿਆਲ ਕਿ ਇਹ ਜਿਹੜਾ 2 ਦਿਨ ਦਾ ਉੱਥੇ ਇਹ ਸੰਮੇਲਨ ਹੋਇਆ, ਇਹਦੇ ਵਿੱਚ ਜ਼ਿਆਦਾਤਰ ਇਸੇ ਤੇ ਹੀ ਗ੍ਰਹਿ ਮੰਤਰੀਆਂ ਤੇ ਬਹੁਤ ਸਾਰੇ ਜਿਹੜੇ ਗੈਰ ਭਾਜਪਾਈ ਮੰਤਰੀ ਜਾਂ ਗ੍ਰਹਿ ਮੰਤਰੀ ਸੀ, ਉਹ ਸ਼ਾਮਲ ਵੀ ਨਹੀਂ ਹੋਏ। ਜੀ ਬਿਲਕੁਲ ਢਿੱਲੋਂ ਸਾਹਿਬ, ਜਾਂਦੇ ਜਾਂਦੇ ਇੱਕ ਖਾਸ ਖਬਰ ਤੋਂ ਚਰਚਾ ਕਰਾਂਗੇ। ਉਹ ਇਹ ਕਿ ਬਹਿਬਲ ਕਲਾਂ ਇਨਸਾਫ ਮੋਰਚਾ ਲੱਗਿਆ ਹੋਇਆ, ਸੁਖਰਾਜ ਸਿੰਘ ਉੱਥੇ ਬੈਠੇ ਹੋਏ ਨੇ ਤੇ ਬੀਤੇ ਕੁਝ ਦਿਨ ਪਹਿਲਾਂ ਹੀ ਰਾਤ ਵੇਲੇ ਇੱਕ ਗੱਡੀ ਆਉਂਦੀ ਹੈ ਤੇ ਉੱਥੇ ਖੜੀ ਹੋਈ ਗੱਡੀ ਨੂੰ ਟੱਕਰ ਮਾਰ ਕੇ ਚਲੀ ਜਾਂਦੀ ਹੈ, ਜਿਸ ਤੋਂ ਬਾਅਦ ਕਾਫੀ ਸਵਾਲ ਖੜੇ ਹੋ ਗਏ ਸੀਗੇ ਕਿ ਮੋਰਚੇ ਨੂੰ ਭੰਗ ਕਰਨ ਵਾਸਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤੇ ਕੁਲਤਾਰ ਸਿੰਘ ਸੰਧਵਾ ਜੋ ਸਾਡੇ ਸਪੀਕਰ ਨੇ ਵਿਧਾਨ ਸਭਾ ਦੇ, ਉਹ ਉਚੇਚੇ ਤੌਰ ਦੇ ਉੱਤੇ ਉੱਥੇ ਪਹੁੰਚੇ ਤੇ ਜਾਂਚ ਦਾ ਭਰੋਸਾ ਦਿੱਤਾ ਹੈ। ਇਹ 22 ਤੇ 23 ਦੀ ਰਾਤ ਦੀ ਗੱਲ ਹੈ ਜੀ, ਦੀਵਾਲੀ ਤੋਂ ਇੱਕ ਦਿਨ ਪਹਿਲਾਂ। ਉਹ ਦਿਨ ਉੱਥੇ ਜਿਵੇਂ ਤੁਸੀਂ ਦੱਸਿਆ ਵੀ ਕਿ ਗੱਡੀ ਨੂੰ ਟੱਕਰ ਮਾਰੀ ਗਈ, ਉਹ ਸਾਰੀ ਘਟਨਾ CCTV ਦੇ ਵਿੱਚ ਕੈਦ ਹੋ ਗਈ ਜੀ। ਕੁਲਤਾਰ ਸਿੰਘ ਸੰਧਵਾ ਉੱਥੇ ਪਤਾ ਲੱਗਦਾ ਉਚੇਚੇ ਤੌਰ ਤੇ ਜਾਂਦੇ ਨੇ, ਉਹ ਨਾਲ ਦੀ ਨਾਲ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੂੰ ਫੋਨ ਲਾਉਂਦੇ ਨੇ ਕਿ SSP ਸਾਹਿਬ ਇਹ ਹੋ ਕੀ ਰਿਹਾ ਹੈ। ਤੇ ਉਹ ਨਾਲ ਦੀ ਨਾਲ ਉਹ ਏਰੀਆ ਜੈਤੋ ਸਬ ਡਿਵੀਜ਼ਨ ਦੇ ਅੰਡਰ ਪੈਂਦਾ ਹੈ ਤੇ ਜੈਤੋ ਦੇ DSP ਦੀ ਡਿਊਟੀ ਲੱਗਦੀ ਹੈ ਕਿ ਤੁਸੀਂ ਇਹਦੀ ਪੜਤਾਲ ਕਰਕੇ ਤੁਰੰਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪੋ। ਉਹਦੇ ਵਿੱਚ ਕੌਣ ਹੈ, ਜਦੋਂ ਅਸਲੀਅਤ ਤੇ ਜੇ ਜਾਇਆ ਜਾਵੇ ਤਾਂ ਜ਼ਰੂਰ ਇਹਦੇ ਪਿੱਛੇ ਕੋਈ ਨਾ ਕੋਈ ਉਹ ਕਾਰਾ ਕਰਨ ਵਾਲੇ ਨੇ ਜਿਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੇ ਲੋਕ ਜੇ ਅਜੇ ਵੀ ਇਹਨੂੰ ਢਾਹ ਲਾਉਣ ਨੂੰ ਤੁਰੇ ਫਿਰਦੇ ਆ ਜਾਂ ਇਹਦੀ ਦਿਸ਼ਾ ਬਦਲਣ ਨੂੰ ਤੁਰੇ ਫਿਰਦੇ ਆ, ਉਹ ਮਾੜਾ ਹੈ। ਉਸ ਮਾਮਲੇ ਦੇ ਵਿੱਚ ਫਿਰ ਇਹਨਾਂ ਨੂੰ ਜਿਹੜਾ ਕੌਣ ਦੋਸ਼ੀ ਸਾਹਮਣੇ ਆਉਂਦਾ ਹੈ, ਤੁਰੰਤ ਸਾਹਮਣੇ ਲਿਆਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਪਤਾ ਲੱਗੇ ਕਿ ਇਸ ਤਰ੍ਹਾਂ ਦੇ ਕਾਰੇ ਕਰਨ ਵਾਲੇ ਕੌਣ-ਕੌਣ ਤੁਰੇ ਫਿਰਦੇ ਆ। ਜੀ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਖਬਰ ਤੋੜ ਦੇ ਅਗਲੇ ਐਪੀਸੋਡ ਦੇ ਵਿੱਚ ਨਵੀਂ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।